वर्तमान तेरी सोच पे मेरा देंगे ठोक के वर्तमान तेरी सोच पे मेरा देंगे ठोक के। जिस ढंग ਦੇ ਨਾਲ ਪ੍ਰਦਰਸ਼ਨਾਂ ਦੀ ਗੱਲ ਕਰੀਏ ਤੇ ਹਾਲੇ ਤਾਂ ਸਰਕਾਰ ਕਹਿੰਦੀ ਹੈ ਕਿ ਸਾਨੂੰ ਥੋੜਾ ਜਿਹਾ ਸਮਾਂ ਤਾਂ ਦਿਓ 5 ਮਹੀਨੇ ਹੋਏ ਨੇ ਤੁਸੀਂ ਹੁਣੀ ਜਥੇਬੰਦੀਆਂ ਕਦੇ ਸੜਕਾਂ ਰੋਕਦੇ ਹੋ ਕਦੇ ਕਹਿ ਦਿੰਦੇ ਹੋ ਕਿ ਅੱਜ ਸਾਡਾ ਬੰਦ ਦਾ ਬੱਸਾਂ ਬੰਦ ਕਰ ਦਿੰਦੇ ਹੋ ਚੱਕਾ ਜਾਮ ਕਰਦੇ ਹੋ ਲੱਗਦਾ ਨਹੀਂ ਕਿ ਸਮਾਂ ਦੇਣਾ ਚਾਹੀਦਾ ਸਰਕਾਰ ਨੂੰ। ਪਰ ਕਿਤੇ ਨਾ ਕਿਤੇ ਸਰਕਾਰ ਆਈ ਨੂੰ ਅੱਜ 5 ਮਹੀਨੇ ਦਾ ਸਮਾਂ ਹੋਇਆ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਵਿਭਾਗਾਂ ਦਾ ਉਸੇ ਤਰ੍ਹਾਂ ਹੀ ਨਿੱਜੀਕਰਨ ਹੋ ਰਿਹਾ ਜਿਵੇਂ ਕਿ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਦਾ ਜਿਹੜਾ ਨਿੱਜੀਕਰਨ ਲੈ ਕੇ ਆ ਰਹੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਮੁਨਾਫਾ ਦੇਣ ਜਾ ਰਹੀ ਆ। ਦੂਜੇ ਪਾਸੇ ਸਰਕਾਰ ਕਹਿੰਦੀ ਸੀ ਵੀ ਨੌਜਵਾਨਾਂ ਨੂੰ ਰੁਜ਼ਗਾਰ ਜਿਹੜੇ ਉਹ ਰੈਗੂਲਰ ਦੇਵਾਂਗੇ ਪੱਕੀਆਂ ਨੌਕਰੀਆਂ ਦੇਵਾਂਗੇ। ਸੋ ਸਾਡੇ ਪਨਬਸ ਪੀਆਰਡੀਸੀ ਦੇ ਵਿਭਾਗ ਦੇ ਵਿੱਚ ਆਊਟਸੋਰਸ ਪ੍ਰਕਿਰਿਆ ਨਾਲ ਫਿਰ ਨੌਕਰੀਆਂ ਲੈ ਕੇ ਆ ਰਹੀ ਆ ਜਿਹਦਾ ਅਸੀਂ ਤੁਰੰਤ ਵਿਰੋਧ ਕਰਨ ਵਜੋਂ ਸਾਨੂੰ ਸੰਘਰਸ਼ ਸ਼ੁਰੂ ਕਰਨਾ। ਸਰਕਾਰ ਜਿਹੜੀ ਆ ਉਹ ਕਹਿੰਦੀ ਹੈ ਕਿ 36000 ਕੱਚੇ ਮੁਲਾਜ਼ਮ ਅਸੀਂ ਪੱਕੇ ਕਰ ਦੇਣੇ ਉਹਦੇ ਵਿੱਚ ਤੁਸੀਂ ਉਹ 7000 ਮੁਲਾਜ਼ਮ ਪਿਛਲੇ ਸਮੇਂ ਵੀ ਸਰਕਾਰ ਨੇ ਜਦੋਂ ਕੈਪਟਨ ਸਰਕਾਰ ਦਾ ਰਾਜ ਸੀਗਾ ਉਹਨਾਂ ਨੇ ਵੀ ਕਿਹਾ ਸੀ ਵੀ 36000 ਮੁਲਾਜ਼ਮ ਕਰ ਦੇਣੇ ਆ। ਉਸ ਤੋਂ ਬਾਅਦ ਸਮਾਂ ਬਦਲਿਆ ਚੰਨੀ ਸਰਕਾਰ ਆਈ ਉਹਨਾਂ ਵੀ 36000 ਮੁਲਾਜ਼ਮਾਂ ਦੇ ਬੋਰਡ ਲਾਤੇ ਪਰ ਜਦੋਂ ਅਸੀਂ ਪ੍ਰਕਿਰਿਆ ਦੇ ਵਿੱਚ ਪਏ ਸਾਡੇ ਵਿਭਾਗ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸੀ ਤੇ ਉਹਨਾਂ ਨੇ ਕਿਹਾ ਵੀ 36000 ਮੁਲਾਜ਼ਮਾਂ ਦੇ ਵਿੱਚ ਤੁਹਾਡਾ ਖਾਤਾ ਨਹੀਂ ਤੁਹਾਡੇ ਇੱਕ ਬੋਰਡ ਤੇ ਕਾਰਪੋਰੇਸ਼ਨ ਅਲੱਗ ਨਹੀਂ। ਤੇ ਜਦੋਂ ਸਰਕਾਰ ਬਣੀ ਸੀ ਤੁਹਾਨੂੰ ਖੁਸ਼ੀ ਹੋਈ ਸੀ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ? ਬਿਲਕੁਲ ਬੜੀ ਖੁਸ਼ੀ ਸੀ ਸਾਡੇ ਵਿਭਾਗ ਦੇ ਵਿੱਚ ਤੇ ਜਦੋਂ ਸਰਕਾਰ ਸੱਤਾ 'ਚ ਆਈ ਜਿਸ ਦਿਨ ਮੁੱਖ ਮੰਤਰੀ ਆਪਣੇ ਵਿਰਾਜਮਾਨ ਹੋਏ ਨੇ ਆਪਣੀ ਸੀਟ ਤੇ ਸਾਡੇ ਵਿਭਾਗ ਦੇ ਵਿੱਚ ਪੂਰੇ ਡੀਪੂਆਂ ਦੇ ਵਿੱਚ ਲੱਡੂ ਵੰਡ ਕੇ ਬੱਸਾਂ ਦੇ ਵਿੱਚ ਲੱਡੂ ਵੰਡ ਕੇ ਤੁਸੀਂ ਲੱਡੂ ਵੰਡੇ ਉਸ ਦਿਨ ਜ਼ਾਹਰ ਕੀਤੀ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਈਆਂ। ਅੱਜ ਸਾਨੂੰ ਵੀ ਮਹਿਸੂਸ ਹੁੰਦਾ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਹਾਂ ਹੜਤਾਲ ਰੱਖਦੇ ਹਾਂ ਤੇ ਵਿਰੋਧੀ ਸਾਡੇ ਤੇ ਤੰਜ ਕੱਸਦੇ ਆ ਕਿ ਉਸ ਸਮੇਂ ਤੁਸੀਂ ਖੁਸ਼ੀਆਂ ਮਨਾਉਂਦੇ ਸੀਗੇ ਤੇ ਅੱਜ ਤੁਸੀਂ ਇਹਨਾਂ ਦੇ ਵਿਰੋਧ ਕਰਨ ਤੁਰ ਪਏ। ਪਿਛਲੇ ਸਮੇਂ ਵੀ ਅਸੀਂ ਹੜਤਾਲ ਰੱਖੀ ਸੀਗੀ ਜੂਨ ਦੀ ਉਹਦੇ 'ਚ ਮੰਤਰੀ ਸਾਹਿਬ ਨੇ ਸਾਡੀ ਹੜਤਾਲ ਇਹ ਕਹਿ ਕੇ ਪੋਸਟਪੋਨ ਕਰਵਾਤੀ ਸੀ ਕਿ ਤੁਹਾਡੀ ਇੱਕ ਹਫ਼ਤੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਕੇ ਅਜੇ ਮੀਟਿੰਗ ਹੋਈ ਨਹੀਂ 5 ਮਹੀਨਿਆਂ 'ਚ ਮੀਟਿੰਗ ਹੋਈ ਨਹੀਂ ਸੀਐਮ ਸਾਹਿਬ ਨਾਲ ਮੀਟਿੰਗ ਸਾਹਿਬ ਨਾਲ ਨਹੀਂ ਹੋਈ ਕਿ ਮੀਟਿੰਗ ਕਰਵਾ ਕੇ ਤੁਹਾਡੇ ਸਾਰੇ ਮਸਲਿਆਂ ਦਾ ਹੱਲ ਕਰ ਦਾਂਗੇ ਪਰ ਉਸ ਤੋਂ ਬਾਅਦ 2 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੀਟਿੰਗ ਨਹੀਂ ਕਰਵਾਈ ਜਿਸ ਕਰਕੇ ਮਜਬੂਰਨ ਅਸੀਂ ਹੜਤਾਲ ਰੱਖੀ ਆ ਕਿਉਂਕਿ ਸਾਡੇ ਵਿਭਾਗ ਦੇ ਉੱਤੇ ਸਿੱਧੇ ਤੌਰ ਤੇ ਘੁਆੜਾ ਲੈ ਕੇ ਆ ਰਹੇ ਆ। ਕਿੰਨੀ ਤਰੀਕ ਨੂੰ ਤੁਸੀਂ ਹੜਤਾਲ ਕਰ ਰਹੇ 14 15 16 ਤੁਹਾਨੂੰ 16 17 ਸਾਲ ਹੋ ਗਏ ਕਿਸੇ ਸਰਕਾਰ ਨੇ ਤੁਹਾਨੂੰ ਹਾਲੇ ਤੱਕ ਕੋਈ ਕਿਸੇ ਨੇ ਸਰਕਾਰ ਨੇ ਬਾਹ ਨਹੀਂ ਫੜੀ ਹੈਗੀ ਜੀ ਹੁਣ ਤੱਕ। ਹੋਰਾਂ ਦਾ ਭੰਡੇ ਪ੍ਰਚਾਰ ਕਰਕੇ ਇਹਨਾਂ ਨੂੰ ਲੈ ਕੇ ਆਉਣ 'ਚ ਅਸੀਂ ਬਹੁਤ ਸਹਿਯੋਗ ਦਿੱਤਾ ਪਰ ਇਹ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਂਦੇ ਹੀ ਇਹਨੇ ਫਿਰ ਦੁਬਾਰੇ ਪਹਿਲੀ ਵਾਲੀ ਸਰਕਾਰਾਂ ਵਾਂਗ ਰੁਕ। ਤੁਹਾਡੀ ਮੀਟਿੰਗ ਹੋਈ ਆ ਕੋਈ ਲਾਲਜੀਤ ਸਿੰਘ ਭੁੱਲਰ ਨਾਲ ਜਾਂ ਵਿਭਾਗ ਦੇ ਅਧਿਕਾਰੀਆਂ ਨਾਲ ਕਹਿੰਦੇ ਕੀ ਨੇ? ਬਿਲਕੁਲ ਜੀ ਸਾਡੀਆਂ ਮੀਟਿੰਗਾਂ ਹੋਈਆਂ ਨੇ ਤਕਰੀਬਨ ਟਰਾਂਸਪੋਰਟ ਮੰਤਰੀ ਜੀ ਨਾਲ ਵੀ ਹੋਈ ਆ ਪਰ ਗੱਲ ਮੁੱਦੇ ਦੀ ਕਿਤੇ ਵੀ ਨਹੀਂ ਹੋਈ। वर्तमान तेरी सोच पे मेरा देंगे ठोक के वर्तमान तेरी सोच पे मेरा देंगे ठोक के। ਮਤਲਬ ਤੁਸੀਂ ਕਹਿੰਦੇ ਹੋ ਵੀ ਜੇ ਕਿਤੇ ਕੋਈ ਟਿਕਟ ਕੱਟਦਾ ਜਾਂ ਨਹੀਂ ਕੱਟਦਾ ਫੜਿਆ ਜਾਂਦਾ ਹੈ ਜੇ 3-4 ਵਾਰ ਗਲਤੀ ਹੁੰਦੀ ਹੈ ਫਿਰ ਉਹ ਕਾਰਵਾਈ ਕਰ ਦਿੰਦੀ ਹੈ ਉਹ ਸਰਕਾਰ ਕਾਰਵਾਈ ਕਰ ਦਿੰਦੇ ਹੋ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਨੌਕਰੀ ਤੋਂ ਕੱਢ ਦਿੱਤਾ ਜਾਂਦਾ। ਸੋ ਅਸੀਂ ਆਪਣੇ ਅਧਿਕਾਰੀਆਂ ਨੂੰ ਮਿਲ ਕੇ ਵੀ ਕਹਿ ਚੁੱਕੇ ਹਾਂ ਕਿੰਨੇ ਕੁ ਕੱਢੇ ਗਏ ਨੇ ਇਸ ਤਰ੍ਹਾਂ ਮੁਲਾਜ਼ਮ ਬਹੁਤ ਕੱਢੇ ਗਏ ਲਗਭਗ ਮੁਲਾਜ਼ਮ ਬਹੁਤ ਜ਼ਿਆਦਾ ਕੱਢੇ ਆ ਕੁਝ ਆਪਣੇ ਕੰਮਾਂ ਤੇ ਜਾ ਕੇ ਸੈੱਟ ਹੋ ਗਏ ਆ ਲਗਭਗ 300-400 ਮੁਲਾਜ਼ਮ ਆ ਜਿਹੜਾ ਦੁਬਾਰਾ ਨੌਕਰੀ ਤੇ ਆਉਣਾ ਚਾਹੁੰਦਾ। ਅੱਛਾ ਲਾਲਜੀਤ ਸਿੰਘ ਭੁੱਲਰ ਜਦੋਂ ਹਜੇ ਨਾ ਤਾਂ ਟਰਾਂਸਪੋਰਟ ਮੰਤਰੀ ਬਣੇ ਸੀ ਨਾ ਵਿਧਾਇਕ ਬਣੇ ਸੀ ਉਦੋਂ ਕਹਿੰਦੇ ਸੀ ਵੀ ਕੱਚਿਆਂ ਨੂੰ ਪੱਕੇ ਕਰ ਦਾਂਗੇ ਖਾਸ ਕਰ ਪਨਬਸ ਵਾਲਿਆਂ ਨੂੰ ਜਾਂ ਪੀਆਰਟੀਸੀ ਵਾਲਿਆਂ। ਬਿਲਕੁਲ ਉਸ ਸਮੇਂ ਵੀ ਪਿਛਲੀ ਸਰਕਾਰ ਭਰਤੀ ਲੈ ਕੇ ਆਈ ਤੇ ਸਾਡੇ ਮੁਲਾਜ਼ਮਾਂ ਦਾ ਜਗ੍ਹਾ ਧਰਨੇ ਲੱਗੇ ਸੀ ਜਿਹੜੇ ਰਿਪੋਰਟਾਂ ਦੀਆਂ ਕੰਡੀਸ਼ਨਾਂ ਲਾ ਕੇ ਕੱਢਿਆ। ਉਹ ਪੱਟੀ 'ਚ ਕੁਦਰਤੀ ਮੰਤਰੀ ਜੀ ਉੱਥੇ ਪਹੁੰਚ ਗਏ ਉਹਨਾਂ ਦੇ ਧਰਨੇ ਦੇ ਵਿੱਚ ਤੇ ਉਹਨਾਂ ਨੇ ਬਕਾਇਦਾ ਉਦੋਂ ਉਹ ਲੀਡਰ ਸੀਗੇ ਮਤਲਬ ਹਾਂਜੀ ਉਦੋਂ ਵਿਧਾਇਕ ਨਹੀਂ ਸੀ ਬਣੇ ਉਦੋਂ ਵਿਧਾਇਕ ਨਹੀਂ ਸੀ ਬਣੇ ਉਦੋਂ ਉਹਨਾਂ ਨੇ ਚੋਣ ਲੜ ਰਹੇ ਸੀਗੇ ਤੇ ਉਹ ਸਾਡੇ ਉੱਥੇ ਡੀਪੂ ਦੇ ਉੱਤੇ ਸਟੇਜ ਤੇ ਜਾ ਕੇ ਬੋਲ ਕੇ ਆਏ ਸੀਗੇ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਧੱਕੇ ਕੀਤੇ ਆ ਜਾਂ ਸਾਡੇ ਨੌਜਵਾਨਾਂ ਨੂੰ ਨੌਕਰੀ ਤੋਂ ਕੱਢਿਆ ਤੇ ਇਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਊਗਾ। ਸਾਡੀ ਸਰਕਾਰ ਆਉਣ ਸਿਰਫ 2 ਮਹੀਨੇ ਦਾ ਸਮਾਂ ਰਹਿ ਗਿਆ। ਕੱਲੇ ਤੁਹਾਡੇ ਮਹਿਕਮੇ ਦੇ ਨਹੀਂ ਪੰਜਾਬ ਦੇ ਭਾਵੇਂ ਟੀਚਰ ਨੇ ਭਾਵੇਂ ਹੋਰ ਵੀ ਮਹਿਕਮਿਆਂ ਦੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿਹੜੇ ਠੇਕਾ ਆਧਾਰਿਤ ਭਰਤੀ ਕੀਤੇ ਨੇ ਮੁਲਾਜ਼ਮ ਉਹ ਸਾਰੇ ਪੱਕੇ ਕੀਤੇ ਜਾਣਗੇ। ਉਹ ਬਕਾਇਦਾ ਸਾਡੇ ਕੋਲ ਇਹ ਵੀਡੀਓ ਫਿਰ ਯਾਦ ਨਹੀਂ ਕਰਾਉਂਦੇ ਹੁਣ ਤੁਸੀਂ ਉਹਨਾਂ ਨੂੰ ਵੀ ਆਹ ਵੀਡੀਓ ਤੁਹਾਡੀ ਹੋਇਆ ਦੇਖੋ ਤਾਂ ਭੁੱਲਰ ਸਾਹਿਬ ਆ ਤੁਸੀਂ ਉਹ ਬੋਲਦੇ ਹੋ। ਬਿਲਕੁਲ ਅਸੀਂ ਯਾਦ ਕਰਾਉਣੇ ਆ ਔਰ ਉਹੀ ਗੱਲਾਂ ਅੱਜ ਸਰਕਾਰ ਨੂੰ ਕਹਿੰਦੇ ਆ ਕਿਉਂਕਿ ਨੀਤੀਆਂ ਪਾਲਿਸੀਆਂ ਤੋਂ ਬਾਹਰ ਨਹੀਂ ਆ ਰਹੇ। ਨੀਤੀਆਂ ਪਾਲਿਸੀਆਂ ਉਹੀ ਪੁਰਾਣੀਆਂ ਸਰਕਾਰਾਂ ਵਾਲੀਆਂ। ਵੀਰੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਹੜੇ ਮੁਲਾਜ਼ਮ ਤੁਹਾਡੇ ਕੱਚੇ ਨੇ ਜਾਂ ਜਿਹੜੇ ਨੌਕਰੀਆਂ ਤੋਂ ਬਾਹਰ ਕੀਤੇ ਨੇ ਮਹੀਨੇ ਲੱਗੀਆਂ ਤੋਂ ਸਾਡੀ ਸਰਕਾਰ ਆਉਂਦੇ ਤੁਹਾਡੇ ਸਾਰੇ ਮਸਲੇ ਇਹ ਅੱਜ ਹੀ ਅਸੀਂ ਵਿਚਾਰ ਅਧੀਨ ਅਰਵਿੰਦ ਕੇਜਰੀਵਾਲ ਜੀ ਤੱਕ ਤੁਹਾਡਾ ਮੈਸੇਜ ਇਹ ਪਹੁੰਚਾ ਦਿਆਂਗੇ। ਜਿਹੜੀ ਕਿਲੋਮੀਟਰ ਸਕੀਮ ਲੈ ਕੇ ਆ ਰਹੀ ਹੈ ਸਰਕਾਰ ਤੁਸੀਂ ਕਹਿੰਦੇ ਹੋ ਕਿ ਹੁਣ ਨਿੱਜੀ ਬੱਸਾਂ ਪਾਈਆਂ ਜਾਣਗੀਆਂ ਮਤਲਬ ਸਰਕਾਰ ਨੇ ਆਪਣੀਆਂ ਬੱਸਾਂ ਨਹੀਂ ਪਾਉਣੀਆਂ ਉਹ ਕੀ ਗੱਲ? ਕਿਲੋਮੀਟਰ ਗੱਡੀ ਆ ਜਿਹੜੀ ਉਹ ਇੱਕ ਮਾਲਕ ਨੇ ਆਪਣੀ ਖਰੀਦ ਕੇ ਵਿਭਾਗ ਨੂੰ ਪਾ ਦੇਣੀ ਪ੍ਰਾਈਵੇਟ ਬੰਦੇ ਵਿਭਾਗ ਉਹਨੂੰ
ਐਵਰੇਜ ਦੇ ਹਿਸਾਬ ਨਾਲ ਡੀਜ਼ਲ ਦਿੰਦਾ ਤੇ ਉਹ ਤੋਂ ਬਾਅਦ ਉਹਨੂੰ ਪਰ ਕਿਲੋਮੀਟਰ ਦੇ ਪੈਸੇ ਦਿੱਤੇ ਜਾਂਦੇ ਨੇ। ਡੀਜ਼ਲ ਵੀ ਦਿੰਦਾ ਹੈ, ਪਰ ਕਿਲੋਮੀਟਰ ਦੇ ਪੈਸੇ ਵੀ ਦੇਣੇ। ਤੁਹਾਨੂੰ ਲੱਗਦਾ ਵੀ ਇੱਕ ਤਾਂ ਤੁਹਾਨੂੰ ਪੱਕੇ ਕਰਨਾ ਚਾਹੀਦਾ ਜਿਹੜੇ ਇੰਨੇ ਸਾਲ ਹੋ ਗਏ, ਪਰ ਸਰਕਾਰ ਕਹਿੰਦੀ ਹੈ ਕਿ ਤੁਸੀਂ ਤਾਂ ਆਊਟਸੋਰਸਿੰਗ ਤੋਂ ਤੁਹਾਡੀ ਜਿਹੜੀ ਪ੍ਰਕਿਰਿਆ ਹੈ ਉਹ ਸਹੀ ਢੰਗ ਨਾਲ ਹੋਈ ਨਹੀਂ ਹੋਈ, ਜਿਵੇਂ ਇੱਕ ਪੱਕੇ ਰੈਗੂਲਰ ਕਰਮਚਾਰੀ ਦੀ ਪ੍ਰਕਿਰਿਆ ਹੁੰਦੀ ਹੈ। ਤੁਹਾਨੂੰ ਲੱਗਦਾ ਵੀ ਐਕਸਪਲੋਇਟੇਸ਼ਨ ਹੈ, ਸ਼ੋਸ਼ਣ ਹੈ, ਘੱਟ ਤਨਖਾਹਾਂ ਤੇ ਕੰਮ ਲਿਆ ਜਾਂਦਾ? ਫਰੀਦਕੋਟ ਡਿਪੂ ਤੋਂ ਮੁੰਡਾ ਡਿਊਟੀ ਤੇ ਆ ਰਿਹਾ ਸੀਗਾ ਤੇ ਉਹਦਾ ਐਕਸੀਡੈਂਟ ਹਾਦਸੇ ਜਿਹੜੀ ਮੌਤ ਹੋ ਗਈ ਆ ਤੇ ਜਿਹਦੇ ਕੋਈ ਵਿਭਾਗ ਫਿਰ ਉਹ ਤੇ ਮਿਲਦਾ ਕੁਝ, ਜਿਵੇਂ ਬੈਨੀਫਿਟ ਹੁੰਦੇ ਨੇ ਕਈ ਵਾਰੀ ਕਿਸੇ ਪਰਿਵਾਰਕ ਮੈਂਬਰ ਨੂੰ ਨੌਕਰੀ ਜਾਂ ਕੁਝ ਹੋਰ ਜਿਹੜਾ ਜਿਵੇਂ ਦਿੱਤੀ ਜਾਂਦੀ ਐਕਸਗ੍ਰੇਸ਼ੀਆ ਗ੍ਰਾਂਟ ਜਾਂ ਹੋਰ ਮੁਆਵਜ਼ਾ ਦਿੱਤਾ ਜਾਂਦਾ, ਮਾਲੀ ਮਦਦ? ਤੁਹਾਨੂੰ ਲੱਗਦਾ ਵੀ ਜਿਹੜਾ ਟਰਾਂਸਪੋਰਟ ਵਿਭਾਗ ਹੈ ਇਹ ਵਾਧੇ 'ਚ ਜਾ ਸਕਦਾ? ਬਿਲਕੁਲ, ਜਿਹੜਾ ਸਾਡਾ ਵਿਭਾਗ ਹੈ ਟਰਾਂਸਪੋਰਟ ਦਾ ਇਹ ਮੁਨਾਫੇ 'ਚ ਆ ਸਕਦਾ, ਕਿਉਂਕਿ ਪਹਿਲਾਂ ਪੈਸੇ ਲੈ ਕੇ ਤੇ ਬਾਅਦ 'ਚ ਲੋਕਾਂ ਨੂੰ ਸਫ਼ਰ ਕਰਾਉਣਾ, ਕਿਉਂਕਿ ਮੁਲਾਜ਼ਮਾਂ ਨਾਲ ਜਿਹੜੇ ਨੌਜਵਾਨ ਉਹਨਾਂ ਨਾਲ ਸ਼ੋਸ਼ਣ, ਉਹਨਾਂ ਦੀ ਨੌਕਰੀ ਰੈਗੂਲਰ ਨਹੀਂ ਕਰਨੀ। ਹਮੇਸ਼ਾ ਜਦੋਂ ਮੁਲਾਜ਼ਮ ਦੀ ਨੌਕਰੀ ਰੈਗੂਲਰ ਹੋਊਗੀ ਤੇ ਉਹ ਆਪਣੇ ਵਿਭਾਗ ਵਾਸਤੇ ਦਿਨ ਰਾਤ ਇੱਕ ਕਰਕੇ ਲੜੂਗਾ। ਸੋ ਇਸ ਕਰਕੇ ਵੱਡੀ ਮਾਰ ਜਿਹੜੀ ਪੈਂਦੀ ਆ, ਜੇਕਰ ਮੁਲਾਜ਼ਮ ਪੱਕਾ ਹੋਊਗਾ ਤੇ ਆਟੋਮੈਟਿਕ ਉਹ ਆਪਣੇ ਵਿਭਾਗ ਦੀ ਹੋਂਦ ਵਾਸਤੇ ਲਗਾਤਾਰ ਲੜੂਗਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਕਰੀਬ 5 ਮਹੀਨੇ ਬੀਤ ਚੁੱਕੇ ਨੇ, ਪਰ ਬਹੁਤ ਸਾਰੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਉਹ ਸੰਘਰਸ਼ ਦੇ ਰਾਹ ਤੇ ਨੇ। ਬਹੁਤ ਸਾਰੇ ਥਾਵਾਂ ਤੇ ਧਰਨੇ ਪ੍ਰਦਰਸ਼ਨ ਜਾਰੀ ਨੇ। ਆਖਿਰ ਕਿਉਂ ਅਜਿਹਾ ਕਿਉਂ ਹੈ ਕਿ ਹਾਲੇ 5 ਮਹੀਨੇ ਹੋਏ ਨੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ? ਉਹਨਾਂ ਦੇ ਵਿੱਚੋਂ ਇੱਕ ਨੇ ਪਨਬੱਸ ਅਤੇ ਪੀਆਰਟੀਸੀ ਦੇ ਵੀ ਮੁਲਾਜ਼ਮ, ਕੁਝ ਕੱਚੇ ਵੀ ਨੇ ਤੇ ਉਹਨਾਂ ਦੀਆਂ ਮੰਗਾਂ ਵੀ ਨੇ। ਪਨਬੱਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀਆਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਤੁਹਾਡਾ। ਸ਼ਮਸ਼ੇਰ ਸਿੰਘ ਸਾਡੇ ਨਾਲ ਨੇ ਜਿਹੜੇ ਪਨਬੱਸ ਦੇ ਸੂਬਾ ਜਨਰਲ ਸਕੱਤਰ ਨੇ, ਨਾਲ ਹੀ ਜਗਤਾਰ ਸਿੰਘ ਨੇ ਸਾਡੇ ਨਾਲ ਜਿਹੜੇ ਪੀਆਰਟੀਸੀ ਦੇ ਸੂਬਾ ਜੁਆਇੰਟ ਸਕੱਤਰ ਨੇ। ਸਵਾਗਤ ਹੈ ਜੀ ਤੁਹਾਡਾ। ਤੁਹਾਡਾ ਸਵਾਗਤ ਹੈ ਜੀ, ਤੁਸੀਂ ਸਾਨੂੰ ਸਮਾਂ ਦਿੱਤਾ ਆਪਣੇ ਚੈਨਲ ਤੇ ਅੱਜ। ਜਿਸ ਢੰਗ ਦੇ ਨਾਲ ਪ੍ਰਦਰਸ਼ਨਾਂ ਦੀ ਗੱਲ ਕਰੀਏ ਤੇ ਹਾਲੇ ਤਾਂ ਸਰਕਾਰ ਕਹਿੰਦੀ ਹੈ ਕਿ ਸਾਨੂੰ ਥੋੜਾ ਜਿਹਾ ਸਮਾਂ ਤਾਂ ਦਿਓ, 5 ਮਹੀਨੇ ਹੋਏ ਨੇ, ਤੁਸੀਂ ਹੁਣੀ ਜਥੇਬੰਦੀਆਂ ਕਦੇ ਸੜਕਾਂ ਰੋਕਦੇ ਹੋ, ਕਦੇ ਕਹਿ ਦਿੰਦੇ ਹੋ ਕਿ ਅੱਜ ਸਾਡਾ ਬੰਦ ਦਾ, ਬੱਸਾਂ ਬੰਦ ਕਰ ਦਿੰਦੇ ਹੋ, ਚੱਕਾ ਜਾਮ ਕਰਦੇ ਹੋ। ਲੱਗਦਾ ਨਹੀਂ ਕਿ ਸਮਾਂ ਦੇਣਾ ਚਾਹੀਦਾ ਸਰਕਾਰ ਨੂੰ? ਬਿਲਕੁਲ, ਸਰਕਾਰ ਨੇ ਜਦੋਂ ਸੱਤਾ 'ਚ ਆਉਣਾ ਸੀਗਾ ਤੇ ਬੜੇ ਵੱਡੇ ਵਾਅਦੇ ਕੀਤੇ ਸੀਗੇ ਕਿ ਅਸੀਂ ਭਗਤ ਸਿੰਘ ਦੀ ਸੋਚ ਮੁਤਾਬਕ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਆ ਉਹ ਗੁਲਾਮੀ ਦੇ ਰਸਤੇ 'ਚੋਂ ਲੰਘ ਰਹੇ ਆ, ਉਹਨਾਂ ਨੂੰ ਆਜ਼ਾਦੀ ਦਿਵਾਵਾਂਗੇ। ਪਰ ਕਿਤੇ ਨਾ ਕਿਤੇ ਸਰਕਾਰ ਆਈ ਨੂੰ ਅੱਜ 5 ਮਹੀਨੇ ਦਾ ਸਮਾਂ ਹੋਇਆ, ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ, ਪਰ ਕਿਤੇ ਨਾ ਕਿਤੇ ਸਾਡੇ ਵਿਭਾਗਾਂ ਦਾ ਉਸੇ ਤਰ੍ਹਾਂ ਹੀ ਨਿੱਜੀਕਰਨ ਹੋ ਰਿਹਾ। ਜਿਵੇਂ ਕਿ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਦਾ ਜਿਹੜਾ ਨਿੱਜੀਕਰਨ ਲੈ ਕੇ ਆ ਰਹੀ ਸਰਕਾਰ, ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਮੁਨਾਫਾ ਦੇਣ ਜਾ ਰਹੀ ਆ। ਦੂਜੇ ਪਾਸੇ ਸਰਕਾਰ ਕਹਿੰਦੀ ਸੀ ਵੀ ਨੌਜਵਾਨਾਂ ਨੂੰ ਰੁਜ਼ਗਾਰ ਜਿਹੜੇ ਉਹ ਰੈਗੂਲਰ ਦੇਵਾਂਗੇ, ਪੱਕੀਆਂ ਨੌਕਰੀਆਂ ਦੇਵਾਂਗੇ। ਸੋ ਸਾਡੇ ਪਨਬੱਸ ਪੀਆਰਟੀਸੀ ਦੇ ਵਿਭਾਗ ਦੇ ਵਿੱਚ ਆਊਟਸੋਰਸ ਪ੍ਰਕਿਰਿਆ ਨਾਲ ਫਿਰ ਨੌਕਰੀਆਂ ਲੈ ਕੇ ਆ ਰਹੀ ਆ, ਜਿਹਦਾ ਅਸੀਂ ਤੁਰੰਤ ਵਿਰੋਧ ਕਰਨ ਵਜੋਂ ਸਾਨੂੰ ਸੰਘਰਸ਼ ਤੇ ਉਤਰਨਾ। ਅੱਛਾ, ਇਹ ਦੱਸੋ ਸ਼ਮਸ਼ੇਰ ਸਿੰਘ ਜੀ, ਸਵਾਲ ਇਹ ਹੈ ਕਿ ਕਿੰਨੇ ਪਹਿਲਾਂ ਤਾਂ ਕੱਚੇ ਮੁਲਾਜ਼ਮ ਨੇ ਪੀਆਰਟੀਸੀ 'ਚ, ਕਿੰਨੇ ਨੇ ਪਨਬੱਸ 'ਚ, ਕਿੰਨੇ ਨੇ? ਲਗਭਗ ਸਾਡੇ ਕੋਲ ਪਨਬੱਸ ਦੇ ਵਿੱਚ 2200 ਮੁਲਾਜ਼ਮ ਜਿਹੜਾ ਆਊਟਸੋਰਸ ਤੇ ਆ, 1500 ਮੁਲਾਜ਼ਮ ਜਿਹੜਾ ਉਹ ਕੰਟਰੈਕਟ ਤੇ ਆ। ਉਸ ਤੋਂ ਬਾਅਦ ਪੀਆਰਟੀਸੀ ਦੇ ਵਿੱਚ ਵੀ 2800 ਮੁਲਾਜ਼ਮ ਜਿਹੜਾ ਉਹ ਆਊਟਸੋਰਸ ਤੇ ਆ ਤੇ 600 ਪਲੱਸ ਜਿਹੜਾ ਮੁਲਾਜ਼ਮ ਆ, ਮਤਲਬ 6-7 ਹਜ਼ਾਰ ਬਣਦੇ ਨੇ। ਹਾਂ, ਲਗਭਗ 7000 7.5 ਮੁਲਾਜ਼ਮ ਆ ਜਿਹੜਾ ਆਊਟਸੋਰਸ ਤੇ ਕੰਟਰੈਕਟ ਤੇ ਪ੍ਰਕਿਰਿਆ ਦੇ ਰਾਹੀਂ ਭਰਤੀ ਹੋ ਕੇ ਆ ਰਿਹਾ ਔਰ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ। ਲਗਭਗ 15 ਤੋਂ 18 ਸਾਲ ਹੋ ਗਏ। ਇਹ ਕੱਚੇ ਹੀ ਨੇ ਸਾਰੇ ਇੱਕ ਤਰ੍ਹਾਂ ਦੇ ਨਾਲ। ਅੱਛਾ, ਹੁਣ ਸਰਕਾਰ ਜਿਹੜੀ ਆ ਉਹ ਕਹਿੰਦੀ ਹੈ ਕਿ 36000 ਕੱਚੇ ਮੁਲਾਜ਼ਮ ਅਸੀਂ ਪੱਕੇ ਕਰ ਦੇਣੇ, ਉਹਦੇ ਵਿੱਚ ਤੁਸੀਂ ਉਹ ਇਹ 7000 ਮੁਲਾਜ਼ਮ? ਪਿਛਲੇ ਸਮੇਂ ਵੀ ਸਰਕਾਰ ਨੇ, ਜਦੋਂ ਕੈਪਟਨ ਸਰਕਾਰ ਦਾ ਰਾਜ ਸੀਗਾ, ਉਹਨਾਂ ਨੇ ਵੀ ਕਿਹਾ ਸੀ ਵੀ 36000 ਮੁਲਾਜ਼ਮ ਕਰ ਦੇਣੇ ਆ। ਉਸ ਤੋਂ ਬਾਅਦ ਸਮਾਂ ਬਦਲਿਆ, ਚੰਨੀ ਸਰਕਾਰ ਆਈ, ਉਹਨਾਂ ਵੀ 36000 ਮੁਲਾਜ਼ਮਾਂ ਦੇ ਬੋਰਡ ਲਾਤੇ। ਪਰ ਜਦੋਂ ਅਸੀਂ ਪ੍ਰਕਿਰਿਆ ਦੇ ਵਿੱਚ ਪਏ, ਸਾਡੇ ਵਿਭਾਗ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸੀ ਤੇ ਉਹਨਾਂ ਨੇ ਕਿਹਾ ਵੀ 36000 ਮੁਲਾਜ਼ਮਾਂ ਦੇ ਵਿੱਚ ਤੁਹਾਡਾ ਖਾਤਾ ਨਹੀਂ, ਤੁਹਾਡੇ ਇੱਕ ਬੋਰਡ ਤੇ ਕਾਰਪੋਰੇਸ਼ਨ ਅਲੱਗ ਨੇ ਤੇ ਇਹਨਾਂ ਦੇ ਫੈਸਲੇ ਅਲੱਗ ਕੀਤੇ ਜਾ ਸਕਦੇ ਆ। ਪਰ ਉਹ 36000 ਮੁਲਾਜ਼ਮਾਂ ਵਾਲਾ ਸਿਰੇ ਨਾ ਚੜ੍ਹਨ ਕਰਕੇ ਐਕਟ ਜਿਹੜੇ ਸਾਡੇ ਬੋਰਡ ਤੇ ਕਾਰਪੋਰੇਸ਼ਨ ਅਧੂਰੇ ਰਹੇ ਆ। ਅੱਜ ਵੀ ਸਰਕਾਰ ਦਾਅਵਾ ਕਰਦੀ ਆ ਵੀ ਅਸੀਂ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਰਹੇ ਹਾਂ, ਪਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਵੀ ਜੇਕਰ ਤੁਸੀਂ ਸਾਡੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਚਾਹੁੰਦੇ ਜੇ ਤੇ ਉਹਦੀ ਇੱਕ ਫਾਈਲ ਸਾਨੂੰ ਸਾਹਮਣੇ ਲਿਆਂਦੀ ਜਾਵੇ ਵੀ ਸਾਨੂੰ 36000 ਮੁਲਾਜ਼ਮਾਂ ਦੇ ਵਿੱਚ ਕਰ ਰਹੇ ਜਾਂ ਕਿਹੜੀ ਪ੍ਰਕਿਰਿਆ ਦੇ ਨਾਲ ਕਰ ਰਹੇ ਜੇ, ਕਿਉਂਕਿ ਸਾਡਾ ਵਿਭਾਗ ਉਸ ਸਰਕਾਰੀ ਵਿਭਾਗਾਂ ਨੂੰ ਕੱਟ ਕੇ ਅਰਧ ਸਰਕਾਰੀ ਬਣ ਗਿਆ। ਪੀਆਰਟੀਸੀ ਚਾਹੇ ਪਨਬੱਸ ਹੋਵੇ, ਸਾਡੇ ਸਰਕਾਰ ਕਹਿੰਦੀ ਆ ਕਿ ਅਸਾਮੀਆਂ ਜਿਹੜੀਆਂ ਪ੍ਰਮਾਣਿਤ ਅਸਾਮੀਆਂ ਹੋਣ, ਪਰ ਸਾਡੇ ਵਿਭਾਗ ਦੇ ਵਿੱਚ ਜਿਹੜੇ ਪਰਮਿਟ ਨੇ ਉਹ ਬਿਲਕੁਲ ਸਰਕਾਰ ਦੇ ਨੇ, ਸਰਕਾਰ ਦੇ ਤੇ, ਪਰ ਉਹਦਾ ਜਿਹੜਾ ਮੁਲਾਜ਼ਮ ਆ ਉਹ ਕੱਚੇ ਤੌਰ ਤੇ ਆਪਣੀ ਸੇਵਾਵਾਂ ਨਿਭਾ ਰਿਹਾ ਆਊਟਸੋਰਸ ਕੰਟਰੈਕਟ ਦੇ। ਅੱਛਾ, ਜਦੋਂ ਸਰਕਾਰ ਨਹੀਂ ਬਣੀ ਸੀਗੀ ਆਮ ਆਦਮੀ ਪਾਰਟੀ ਦੀ, ਵਿਧਾਨ ਸਭਾ ਚੋਣਾਂ ਸੀਗੀਆਂ, ਵੋਟਾਂ ਮੰਗਦੇ ਸੀਗੇ, ਉਦੋਂ ਕਹਿੰਦੇ ਸੀਗੇ ਕਿ ਹਾਂ ਤੁਹਾਨੂੰ ਕੱਚਿਆਂ ਨੂੰ ਜਿਹੜੇ ਨੇ ਪੱਕੇ ਕਰਾਂਗੇ। ਤੁਹਾਡੇ ਨਾਲ ਹੋਈ ਉਸ ਦੌਰਾਨ ਗੱਲਬਾਤ ਕੋਈ? ਬਿਲਕੁਲ ਰਾਣਾ ਜੀ, ਬਿਲਕੁਲ ਉਹਨਾਂ ਨੇ ਵਾਅਦੇ ਕਰਦੇ ਰਹੇ ਨੇ ਹਰ ਸਮੇਂ ਤੇ ਵੋਟਾਂ ਲੈਣ ਤੋਂ ਪਹਿਲਾਂ। ਤੇ ਇਸ ਨੂੰ ਇੱਕ ਵੋਟਾਂ ਦਾ ਸਟੰਟ ਵੀ ਸਮਝਿਆ ਜਾ ਸਕਦਾ ਹੈ ਕਿ ਜਦੋਂ ਲਾਲਜੀਤ ਭੁੱਲਰ ਸਾਹਿਬ ਜੀ ਸਾਡੇ ਆਪਣੇ ਵਰਕਰਾਂ ਕੋਲ ਜਾਂਦੇ ਸੀਗੇ ਧਰਨਿਆਂ 'ਤੇ,
ਉੱਥੇ ਉਹ ਬਾਰ-ਬਾਰ ਇਹੀ ਗੱਲ ਕਰਦੇ ਸੀਗੇ ਵੀ ਆਹ ਸਰਕਾਰਾਂ ਨੇ ਕੁਝ ਨਹੀਂ ਕਰਨਾ, ਬਿਲਕੁਲ ਵੀ ਅਸੀਂ ਜਦੋਂ ਸਰਕਾਰ ਲੈ ਕੇ ਆਵਾਂਗੇ ਅਸੀਂ ਤੁਹਾਨੂੰ ਰੈਗੂਲਰ ਵੀ ਕਰਾਂਗੇ, ਤੁਹਾਡੀਆਂ ਜਿਹੜੀਆਂ ਨੌਕਰੀਆਂ ਤੋਂ ਜਿਹੜੇ ਕੱਢੇ ਹੋਏ ਵਰਕਰ ਨੇ ਸਾਡੇ ਵੀ ਉਹਨਾਂ ਨੂੰ ਵੀ ਬਹਾਲ ਕਰਾਂਗੇ। ਅਸੀਂ ਲਗਭਗ ਪੰਜਾਬ ਰੋਡਵੇਜ PRTC ਦੇ ਵਿੱਚ 70 ਸਾਲ ਤੋਂ ਇਹ ਵਿਭਾਗ ਚੱਲ ਰਹੇ ਨੇ। 70 ਸਾਲ ਤੋਂ ਲੋਕਾਂ ਨੂੰ ਕੁਦਰਤੀ ਆਫਤਾਂ ਦੇ ਵਿੱਚ ਤੇ ਜਿਵੇਂ ਹੁਣ ਕਰੋਨਾ ਕਾਲ ਗਿਆ ਹੈਗਾ, ਇਹਦੇ ਵਿੱਚ ਲਗਭਗ ਆਪਣੀਆਂ ਸੇਵਾਵਾਂ ਦਿੰਦੇ ਆ ਰਹੇ ਆ ਤੇ ਸਰਵਿਸ ਰੈਗੂਲਰ ਬੰਦਿਆ ਵੀ ਉਹੀ ਕਰਦਾ ਹੈਗਾ। ਕਿੰਨੇ ਸਾਲ ਹੋ ਗਏ ਕੱਚੇ ਮੁਲਾਜ਼ਮਾਂ ਨੂੰ ਕੰਮ? ਸਾਨੂੰ ਤਕਰੀਬਨ PRTC ਦੇ ਵਿੱਚ 17 ਤੋਂ 18 ਉਹੀ ਹਿਸਾਬ ਨਾਲ ਸਾਡੇ ਪਨਬਸ ਦੇ ਵਿੱਚ ਕੱਚੇ ਮੁਲਾਜ਼ਮ ਮਤਲਬ ਤੁਹਾਨੂੰ 16 ਸਾਲ ਹੋ ਗਏ, ਕਿਸੇ ਸਰਕਾਰ ਨੇ ਤੁਹਾਨੂੰ ਹਾਲੇ ਤੱਕ ਨਹੀਂ ਪੱਕਾ ਕੀਤਾ? ਕਿਸੇ ਨੇ ਸਰਕਾਰ ਨੇ ਬਾਹ ਨਹੀਂ ਫੜੀ ਹੈਗੀ ਜੀ ਹੁਣ ਤੱਕ। ਸਾਨੂੰ ਉਮੀਦ ਸੀਗੀ ਇਹ ਸਰਕਾਰ ਆਈ ਆ ਭਗਤ ਸਿੰਘ ਦੀ ਸੋਚ ਤੇ ਲੈ ਕੇ ਤੇ ਅਸੀਂ ਇਹਨਾਂ ਦਾ ਪੂਰਾ ਉਦੋਂ ਸਮਰਥਨ ਵੀ ਕੀਤਾ। ਇਹਨਾਂ ਦੇ ਹੋਰਾਂ ਦਾ ਭੰਡੇ ਪ੍ਰਚਾਰ ਕਰਕੇ ਇਹਨਾਂ ਨੂੰ ਲੈ ਕੇ ਆਉਣ 'ਚ ਅਸੀਂ ਬਹੁਤ ਸਹਿਯੋਗ ਦਿੱਤਾ, ਪਰ ਇਹ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਂਦੇ ਹੀ ਇਹਨੇ ਫਿਰ ਦੁਬਾਰੇ ਪਹਿਲੀ ਵਾਲੀ ਸਰਕਾਰਾਂ ਵਾਂਗ ਰੁਖ। ਤੁਹਾਡੀ ਮੀਟਿੰਗ ਹੋਈ ਆ ਕੋਈ ਲਾਲਜੀਤ ਸਿੰਘ ਭੁੱਲਰ ਨਾਲ ਜਾਂ ਵਿਭਾਗ ਦੇ ਅਧਿਕਾਰੀਆਂ ਨਾਲ, ਕਹਿੰਦੇ ਕੀ ਨੇ ਹੁਣ? ਬਿਲਕੁਲ ਜੀ, ਸਾਡੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ ਨਾਲ ਤੇ ਤਕਰੀਬਨ ਟਰਾਂਸਪੋਰਟ ਮੰਤਰੀ ਜੀ ਨਾਲ ਵੀ ਹੋਈ ਆ, ਪਰ ਗੱਲ ਮੁੱਦੇ ਦੀ ਕਿਤੇ ਵੀ ਨਹੀਂ ਹੁੰਦੀ ਜੀ। ਅੱਛਾ, ਜਿਹੜੀ ਤੁਸੀਂ ਗੱਲ ਕੀਤੀ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ, ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਉਹਦੀ ਸੋਚ ਤੇ ਪਹਿਰਾ ਦੇ ਰਹੇ ਹਾਂ, ਉਹਦੀ ਸੋਚ ਤੇ ਚੱਲ ਰਹੇ ਹਾਂ। ਤੁਹਾਨੂੰ ਕਿਉਂ ਨਹੀਂ ਲੱਗਦਾ ਹੈਗਾ ਵੀ ਉਹਦੀ ਸੋਚ ਤੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ? ਬਿਲਕੁਲ, ਅਸੀਂ ਜਦੋਂ ਤੋਂ ਜਥੇਬੰਦੀ ਬਣਾ ਕੇ ਆਪਣਾ ਸੰਘਰਸ਼ ਲੜਦੇ ਆ ਰਹੇ ਹਾਂ, ਅਸੀਂ ਆਪਣੇ ਮੁਲਾਜ਼ਮਾਂ ਵਾਸਤੇ ਆਪਣੀ ਲੜਾਈ ਲੜਦੇ ਆ ਰਹੇ ਹਾਂ, ਸਮੇਂ-ਸਮੇਂ ਤੇ ਆਪਣੀਆਂ ਪ੍ਰਾਪਤੀਆਂ ਕਰਦੇ ਆ ਰਹੇ ਹਾਂ। ਅਸੀਂ ਵੀ ਜਥੇਬੰਦੀ ਵੱਲੋਂ ਭਗਤ ਸਿੰਘ ਦੀ ਸੋਚ ਦੇ ਮੁਤਾਬਕ ਸੰਘਰਸ਼ ਲੜਦੇ ਆ ਰਹੇ ਹਾਂ। ਇਹ ਤੁਸੀਂ ਫੋਟੋ ਕਿੱਥੇ ਲਾਈ ਹੋਈ ਹੈ? ਇਹ ਸਾਡੀ ਡਾਇਰੀ ਆ, ਜਥੇਬੰਦੀ ਦੀ ਡਾਇਰੀ ਆ। ਅੱਛਾ, ਉੱਤੇ ਸਾਡੀ ਫੋਟੋ ਜਿਹੜੀ ਉਹ ਭਗਤ ਸਿੰਘ ਦੀ ਲਾਈ ਹੋਈ ਆ। ਅਸੀਂ ਉਹਨਾਂ ਦੀ ਸੋਚ ਮੁਤਾਬਕ ਆਪਣਾ ਸੰਘਰਸ਼ ਕਰਦੇ ਆ ਰਹੇ ਹਾਂ। ਸੋ ਸਰਕਾਰ ਪਾਰਟੀਆਂ, ਰਵਾਇਤੀ ਪਾਰਟੀਆਂ ਨੇ ਬੜਾ ਲੰਬਾ ਸਮਾਂ ਰਾਜ ਕੀਤਾ, ਪਰ ਜਦੋਂ ਆਮ ਆਦਮੀ ਪਾਰਟੀ ਸਰਕਾਰ ਸੱਤਾ 'ਚ ਆਉਣਾ ਸੀ ਤੇ ਉਹਨਾਂ ਵੀ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਤੇ ਭਗਤ ਸਿੰਘ ਵਰਗਾ ਜਿਹੜਾ ਰਾਜ ਦੇਣ ਦੀ ਗੱਲ ਕੀਤੀ ਸੀ ਵੀ ਆਜ਼ਾਦੀ ਦੇ ਵਿੱਚ ਲੋਕਾਂ ਨੂੰ ਅਸੀਂ ਰੁਜ਼ਗਾਰ ਦੇਵਾਂਗੇ ਤੇ ਵਧੀਆ ਸਿਖਾਵਾਂ ਮਾਹੌਲ ਦੇਵਾਂਗੇ। ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਆਪਣੇ ਮੁੱਦੇ ਤੋਂ ਭੜਕ ਚੁੱਕੀ ਆ, ਜਿਸ ਕਰਕੇ ਸਾਨੂੰ ਮਜਬੂਰਨ ਇਹ ਸੰਘਰਸ਼ ਦੇ ਰਸਤੇ ਤੇ ਪੈ ਕੇ ਤੇ ਉਹਨਾਂ ਨੂੰ ਆਪਣੇ ਮੁੱਦੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਸਾਡੀ ਮੰਗ ਆ ਕਿ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਤੈਅ ਹੋਵੇ, ਅਸੀਂ ਉਹਨਾਂ ਨੂੰ ਆਪਣੇ ਜਿਹੜੇ ਵਿਭਾਗ ਦੇ ਮੁੱਦੇ ਉਹ ਜਾਣੂ ਕਰਵਾਈਏ, ਕਿਉਂਕਿ ਸਾਡੇ ਵਿਭਾਗ 'ਚ ਜਿਹੜੀਆਂ ਕਿਲੋਮੀਟਰ ਬੱਸਾਂ ਦਾ ਨਿੱਜੀਕਰਨ ਲੈ ਕੇ ਆ ਰਹੇ ਨੇ ਕਾਰਪੋਰੇਟ ਘਰਾਣੇ ਦੇ ਰਾਹੀਂ। ਇਹ ਵੀ ਸਮਝਦਾ ਮੈਂ ਤੁਹਾਤੋਂ, ਪਰ ਇਹ ਜਦੋਂ ਸਰਕਾਰ ਬਣੀ ਸੀ ਤੁਹਾਨੂੰ ਖੁਸ਼ੀ ਹੋਈ ਸੀ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ? ਬਿਲਕੁਲ, ਬੜੀ ਖੁਸ਼ੀ ਸੀ ਸਾਡੇ ਵਿਭਾਗ ਦੇ ਵਿੱਚ, ਕਿਉਂਕਿ ਅਸੀਂ ਅਕਸਰ ਹੀ ਦਿੱਲੀ ਜਾਂਦੇ ਆਉਂਦੇ ਸੀ। ਸਾਡੇ ਵਿਭਾਗ ਦੇ ਜਿਹੜੇ ਮੁਲਾਜ਼ਮ ਹੈ ਬੱਸਾਂ ਜਾਂਦੀਆਂ, ਸੋ ਦਿੱਲੀ 'ਚ ਅਸੀਂ ਕੁਝ ਚੀਜ਼ਾਂ ਵੇਖ ਕੇ ਉਸ ਇੱਥੇ ਲੋਕਾਂ ਨਾਲ ਸਾਂਝੀਆਂ ਕਰਦੇ ਸੀ, ਆਮ ਜਨਤਾ ਨਾਲ ਬੱਸਾਂ ਦੇ ਵਿੱਚ ਵੀ ਬਦਲਾਓ ਲੈ ਕੇ ਆਓ। 70 ਸਾਲਾਂ ਤੋਂ ਆਮ ਆਦਮੀ ਪਾਰਟੀ ਸਰਕਾਰ 'ਚ ਸੱਤਾ ਜਾਵੇ ਤੇ ਜਦੋਂ ਸਰਕਾਰ ਸੱਤਾ 'ਚ ਆਈ, ਜਿਸ ਦਿਨ ਮੁੱਖ ਮੰਤਰੀ ਆਪਣੇ ਵਿਰਾਜਮਾਨ ਹੋਏ ਨੇ ਆਪਣੀ ਸੀਟ ਤੇ ਸਾਡੇ ਵਿਭਾਗ ਦੇ ਵਿੱਚ ਪੂਰੇ ਡੀਪੂਆਂ ਦੇ ਵਿੱਚ ਲੱਡੂ ਵੰਡ ਕੇ, ਬੱਸਾਂ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਤੁਸੀਂ ਲੱਡੂ ਵੰਡੇ ਉਸ ਦਿਨ ਜ਼ਾਹਰ ਕੀਤੀ, ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਈਆਂ। ਅੱਛਾ, ਅੱਜ ਸਾਨੂੰ ਵੀ ਮਹਿਸੂਸ ਹੁੰਦਾ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਹਾਂ, ਹੜਤਾਲ ਰੱਖਦੇ ਹਾਂ ਤੇ ਵਿਰੋਧੀ ਸਾਡੇ ਤੇ ਤੰਜ ਕੱਸਦੇ ਆ ਕਿ ਉਸ ਸਮੇਂ ਤੁਸੀਂ ਖੁਸ਼ੀਆਂ ਮਨਾਉਂਦੇ ਸੀਗੇ ਤੇ ਅੱਜ ਤੁਸੀਂ ਇਹਨਾਂ ਦੇ ਵਿਰੋਧ ਕਰਨ ਤੁਰ ਪਏ ਜੀ। ਅੱਛਾ, ਜਿਸ ਢੰਗ ਦੇ ਨਾਲ ਤੁਸੀਂ ਇੱਕ ਗੱਲ ਕਹੀ ਹੈ ਵੀ ਜਿਹੜੀ ਸਰਕਾਰ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਸਾਂ ਜਿਹੜੀਆਂ ਨੇ ਉਹ ਨਿੱਜੀਕਰਨ ਵੱਲ ਨੂੰ ਵਧ ਰਹੀ, ਉਹ ਕਿਵੇਂ? ਵੀ ਆਪਣੀਆਂ ਬੱਸਾਂ ਨਹੀਂ ਪਾ ਰਹੀ ਸਰਕਾਰ ਨਵੀਆਂ? ਸਰਕਾਰ ਨੇ, ਜਿਵੇਂ ਪਿਛਲੀ ਸਰਕਾਰ ਨੇ ਲਾਸਟ ਦੇ ਵਿੱਚ 842 ਬੱਸਾਂ ਦਾ ਜਿਹੜਾ ਪ੍ਰਕਿਰਿਆ ਸ਼ੁਰੂ ਕੀਤੀ ਸੀ, ਉਹ ਲਗਭਗ ਡਿਪੂਆਂ ਦੇ ਵਿੱਚ ਆ ਗਈਆਂ ਬੱਸਾਂ। ਉਹ ਤਾਂ ਸਰਕਾਰੀ ਬੱਸਾਂ ਨੇ, ਸਰਕਾਰੀ ਬੱਸਾਂ ਨੇ। ਉੱਥੇ ਵੱਡੀ ਘਾਟ ਆ ਸਟਾਫ ਦੀ, ਕਿਉਂਕਿ ਬੱਸਾਂ ਲਗਭਗ 40-40, 50-50 ਗੱਡੀਆਂ ਇੱਕ ਡਿਪੂ ਦੇ ਵਿੱਚ ਬਿਲਕੁਲ ਖੜੀਆਂ ਨੇ। ਜਿੱਥੇ ਪਿਛਲੀ ਸਰਕਾਰ ਸਮੇਂ ਹੀ ਸਾਡੀ ਮੰਗ ਸੀ ਕਿ ਸਾਡੇ ਜਿਹੜੇ ਵਿਭਾਗ ਆ, ਇੱਕ ਟਰਾਂਸਪੋਰਟ ਦਾ ਵਿਭਾਗ ਆ ਜਿਹਦੇ 'ਚ ਲਗਭਗ 17-18 ਕੈਟਾਗਰੀਆਂ ਫ੍ਰੀ ਸਫ਼ਰ ਸਹੂਲਤ ਲੈਂਦੀਆਂ ਨੇ ਤੇ ਜਿਸ ਵਿੱਚ ਸਾਡੇ ਮੁਲਾਜ਼ਮਾਂ ਦੀਆਂ ਕਈ ਵਾਰਾਂ ਕੋਈ ਸਵਾਰੀ ਟਿਕਟ ਨਹੀਂ ਲੈਂਦੀ ਜਾਂ ਕੋਈ ਗੱਲਬਾਤ ਹੋ ਜਾਂਦੀ ਆ ਤੇ ਕਿਸੇ ਦੀ ਨਜਾਇਜ਼, ਕਿਸੇ ਦੀ ਜਾਇਜ਼ ਰਿਪੋਰਟ ਹੋ ਜਾਂਦੀ ਆ। ਪਰ ਸਾਡੇ ਵਿਭਾਗ ਦੇ ਵਿੱਚ ਮਾਰੂ ਕੰਡੀਸ਼ਨਾਂ ਲਾ ਕੇ ਜਿਹੜੇ ਮੁਲਾਜ਼ਮ ਨੇ 5 ਜਾਂ 7 ਜਾਂ 10 ਸਾਲ ਵਿਭਾਗ ਦੇ ਵਿੱਚ ਲਾਏ ਹੁੰਦੇ ਆ, ਉਹਨੂੰ 5-7 ਸਾਲਾਂ ਬਾਅਦ ਉਹ ਕੰਡੀਸ਼ਨਾਂ ਦੇ ਰਾਹੀਂ ਨੌਕਰੀ ਤੋਂ ਕੱਢ ਦਿੱਤਾ ਜਾਂਦਾ। ਠੀਕ ਹੈ, ਅਸੀਂ ਮੰਨਦੇ ਵੀ ਕਿਤੇ ਉਸ ਮੁਲਾਜ਼ਮ ਦੀ ਵੀ ਗਲਤੀ ਹੋਊ। ਮਤਲਬ ਤੁਸੀਂ ਕਹਿੰਦੇ ਹੋ ਵੀ ਜੇ ਕਿਤੇ ਕੋਈ ਟਿਕਟ ਕੱਟਦਾ ਜਾਂ ਨਹੀਂ ਕੱਟਦਾ ਫੜਿਆ ਜਾਂਦਾ, ਜੇ 3-4 ਵਾਰ ਗਲਤੀ ਹੁੰਦੀ ਹੈ ਫਿਰ ਉਹ ਕਾਰਵਾਈ ਕਰ ਦਿੰਦੀ ਹੈ ਸਰਕਾਰ? ਉਹ ਕਾਰਵਾਈ ਕਰ ਦਿੰਦੇ, ਉਹ ਨੌਕਰੀ ਤੋਂ ਕੱਢ ਦਿੱਤਾ ਜਾਂਦਾ। ਨੌਕਰੀ ਤੋਂ ਕੱਢ ਦਿੱਤਾ ਜਾਂਦਾ। ਸੋ ਅਸੀਂ ਤੁਹਾਡੇ ਚੈਨਲ ਜਰੀਏ ਵੀ ਅਸੀਂ ਆਪਣੇ ਅਧਿਕਾਰੀਆਂ ਨੂੰ ਮਿਲ ਕੇ ਵੀ ਕਹਿ ਚੁੱਕੇ ਹਾਂ ਵੀ ਇੱਕ ਮੁਲਾਜ਼ਮ ਦਾ ਕਸੂਰ ਹੋ ਸਕਦਾ, ਪਰ ਉਹਦਾ ਪਰਿਵਾਰ ਉਸ ਵਿਭਾਗ ਦੇ ਨਾਲ ਜੁੜਿਆ ਹੁੰਦਾ, ਉਹਦੀ ਨੌਕਰੀ ਦੇ ਨਾਲ। ਕਿੰਨੇ ਕੁ ਕੱਢੇ ਗਏ ਨੇ ਇਸ ਤਰ੍ਹਾਂ ਮੁਲਾਜ਼ਮ? ਬਹੁਤ ਕੱਢੇ ਗਏ ਨੇ? ਲਗਭਗ ਮੁਲਾਜ਼ਮ ਬਹੁਤ ਜ਼ਿਆਦਾ ਕੱਢੇ ਆ, ਕੁਝ ਆਪਣੋ ਆਪਣੇ ਕੰਮਾਂ ਤੇ ਜਾ ਕੇ ਸੈੱਟ ਹੋ ਗਏ ਆ। ਲਗਭਗ 300-400 ਮੁਲਾਜ਼ਮ ਆ ਜਿਹੜਾ ਦੁਬਾਰਾ ਨੌਕਰੀ ਤੇ ਆਉਣਾ ਚਾਹੁੰਦਾ ਕਿ ਉਹ ਕੰਡੀਸ਼ਨਾਂ ਰੱਦ ਕਰਕੇ ਸਾਨੂੰ ਨੌਕਰੀ ਤੇ ਲਿਆ ਜਾਵੇ। ਪਰ ਉਹਦੀ ਗਲਤੀ ਵੀ ਤਾਂ ਹੈ ਸ਼ਮਸ਼ੇਰ ਸਿੰਘ ਜੀ, ਜੇ ਕੋਈ ਫਰਾਡ ਕਰਦਾ ਏ, ਜੇ ਕੋਈ 420 ਕਰਦਾ, ਕਾਰਵਾਈ ਤਾਂ ਫਿਰ ਹੋਣੀ ਹੈ ਨਾ। ਅਸੀਂ ਸਰ ਇਹ ਕਹਿੰਦੇ ਆ ਵੀ ਜਿਵੇਂ ਸਾਡਾ ਵਿਭਾਗ ਆ, ਜਿਵੇਂ ਰੋਡਵੇਜ਼ ਦਾ ਸਰਕਾਰੀ
ਮਾੜੀ ਵਿਭਾਗ ਹੈ ਜਾਂ ਪੀਆਰਡੀਸੀ ਦਾ, ਉਹਦੇ 'ਚ ਸਰਵਿਸ ਰੂਲ ਲਾਗੂ ਨੇ, ਉਹਨੂੰ ਉਸ ਤਰੀਕੇ ਦੀ ਸਜ਼ਾ ਦਿੱਤੀ ਜਾਂਦੀ ਹੈ, ਉਹਦੀ ਸਸਪੈਂਡ ਕਰ ਦਿਓ ਬਈ। ਹਾਂਜੀ, ਐਗਰੀਮੈਂਟ ਬੰਦ ਕੀਤੀ ਜਾਂਦੀ ਹੈ, ਸਸਪੈਂਡ ਕਰ ਦਿੱਤਾ ਜਾਂਦਾ, ਉਹਨੂੰ ਭੱਤਾ ਕੁਝ ਦਿੱਤੇ ਜਾਂਦੇ ਨੇ, ਕੁਝ ਬੰਦ ਕਰ ਦਿੱਤੇ ਜਾਂਦੇ ਆ। ਨੌਕਰੀ ਤੋਂ ਨਹੀਂ ਕੱਢਿਆ ਜਾਂਦਾ। ਪਰ ਸਾਡੇ ਇਸ ਕੱਚੇ ਮੁਲਾਜ਼ਮਾਂ ਤੇ ਕੋਈ ਵੀ ਸਰਵਿਸ ਰੂਲ ਲਾਗੂ ਨਾ ਹੋਣ ਕਰਕੇ ਉਹਨੂੰ ਸਿੱਧਾ ਨੌਕਰੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ, ਜੋ ਕਿ ਸਿੱਧੇ ਤੌਰ ਤੇ ਨੌਜਵਾਨੀ ਨਾਲ ਸ਼ੋਸ਼ਣ ਆ। ਅੱਛਾ, ਲਾਲਜੀਤ ਸਿੰਘ ਭੁੱਲਰ ਜਦੋਂ ਹਜੇ ਨਾ ਤਾਂ ਟਰਾਂਸਪੋਰਟ ਮੰਤਰੀ ਬਣੇ ਸੀ ਨਾ ਵਿਧਾਇਕ ਬਣੇ ਸੀ, ਉਦੋਂ ਕਹਿੰਦੇ ਸੀ ਵੀ ਕੱਚਿਆਂ ਨੂੰ ਪੱਕੇ ਕਰ ਦਾਂਗੇ, ਖਾਸ ਕਰ ਪਨਬਸ ਵਾਲਿਆਂ ਨੂੰ ਜਾਂ ਪੀਆਰਟੀਸੀ ਵਾਲਿਆਂ ਨੂੰ। ਬਿਲਕੁਲ, ਉਸ ਸਮੇਂ ਵੀ ਪਿਛਲੀ ਸਰਕਾਰ ਭਰਤੀ ਲੈ ਕੇ ਆਈ ਤੇ ਸਾਡੇ ਮੁਲਾਜ਼ਮਾਂ ਦਾ ਜਗ੍ਹਾ ਜਗ੍ਹਾ ਧਰਨੇ ਲੱਗੇ ਸੀ, ਜਿਹੜੇ ਰਿਪੋਰਟਾਂ ਦੀਆਂ ਕੰਡੀਸ਼ਨਾਂ ਲਾ ਕੇ ਕੱਢੇ ਆ। ਉਹ ਪੱਟੀ 'ਚ ਕੁਦਰਤੀ ਮੰਤਰੀ ਜੀ ਉੱਥੇ ਪਹੁੰਚ ਗਏ ਉਹਨਾਂ ਦੇ ਧਰਨੇ ਦੇ ਵਿੱਚ, ਤੇ ਉਹਨਾਂ ਨੇ ਬਕਾਇਦਾ ਉੱਥੇ ਉਦੋਂ ਉਹ ਲੀਡਰ ਸੀਗੇ, ਮਤਲਬ ਹਾਂਜੀ ਉਦੋਂ ਵਿਧਾਇਕ ਨਹੀਂ ਸੀ ਬਣੇ। ਉਦੋਂ ਵਿਧਾਇਕ ਨਹੀਂ ਸੀ ਬਣੇ, ਉਦੋਂ ਉਹਨਾਂ ਨੇ ਚੋਣ ਲੜ ਰਹੇ ਸੀਗੇ, ਤੇ ਉਹ ਸਾਡੇ ਉੱਥੇ ਡੀਪੂ ਦੇ ਉੱਤੇ ਸਟੇਜ ਤੇ ਜਾ ਕੇ ਬੋਲ ਕੇ ਆਏ ਸੀਗੇ। ਉਹ ਹੈ ਤੁਹਾਡੇ ਕੋਲ ਵੀਡੀਓ? ਉਹ ਬਿਲਕੁਲ ਵੀਡੀਓ ਹੈਗੀ ਸਾਡੇ ਕੋਲ। ਤੇ ਉਹਨਾਂ ਨੇ ਉੱਥੇ ਬੋਲ ਕੇ ਆਏ ਸੀ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਧੱਕੇ ਕੀਤੇ ਆ ਜਾਂ ਸਾਡੇ ਨੌਜਵਾਨਾਂ ਨੂੰ ਨੌਕਰੀ ਤੋਂ ਕੱਢਿਆ, ਤੇ ਇਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਊਗਾ। ਸਾਡੀ ਸਰਕਾਰ ਆਉਣ 'ਚ ਸਿਰਫ 2 ਮਹੀਨੇ ਦਾ ਸਮਾਂ ਰਹਿ ਗਿਆ। ਉਹ ਬਕਾਇਦਾ ਸਾਡੇ ਕੋਲ ਵੀਡੀਓ। ਫਿਰ ਯਾਦ ਨਹੀਂ ਕਰਾਉਂਦੇ ਹੁਣ ਤੁਸੀਂ ਉਹਨਾਂ ਨੂੰ ਵੀ ਆਹ ਵੀਡੀਓ ਤੁਹਾਡੀ ਉਹ ਦੇਖੋ ਤਾਂ ਭੁੱਲਰ ਸਾਹਿਬ ਆਹ ਤੁਸੀਂ ਉਹ ਬੋਲਦੇ ਹੋ? ਬਿਲਕੁਲ, ਅਸੀਂ ਯਾਦ ਕਰਾਉਣੇ ਆ, ਔਰ ਉਹੀ ਗੱਲਾਂ ਅੱਜ ਸਰਕਾਰ ਨੂੰ ਕਹਿੰਦੇ ਆ, ਕਿਉਂਕਿ ਨੀਤੀਆਂ ਪਾਲਿਸੀਆਂ ਤੋਂ ਬਾਹਰ ਨਹੀਂ ਆ ਰਹੇ। ਨੀਤੀਆਂ ਪਾਲਿਸੀਆਂ ਉਹੀ ਪੁਰਾਣੀਆਂ ਸਰਕਾਰਾਂ ਵਾਲੀਆਂ। ਅੱਛਾ, ਜਿਹੜੀ ਠੀਕ ਹੈ, ਜਿਹੜੀ ਕਿਲੋਮੀਟਰ ਸਕੀਮ ਲੈ ਕੇ ਆ ਰਹੀ ਹੈ ਸਰਕਾਰ, ਤੁਸੀਂ ਕਹਿੰਦੇ ਹੋ ਕਿ ਹੁਣ ਨਿੱਜੀ ਬੱਸਾਂ ਪਾਈਆਂ ਜਾਣਗੀਆਂ, ਮਤਲਬ ਸਰਕਾਰ ਨੇ ਆਪਣੀਆਂ ਬੱਸਾਂ ਨਹੀਂ ਪਾਉਣੀਆਂ, ਉਹ ਕੀ ਗੱਲ ਹੈਗੀ ਹੈ? ਉਹਦਾ ਜਨਾਬ ਇਹ ਹੈ ਜੀ ਕਿ ਕਿਲੋਮੀਟਰ ਗੱਡੀ ਹੈ ਜਿਹੜੀ, ਉਹ ਇੱਕ ਮਾਲਕ ਨੇ ਆਪਣੀ ਖਰੀਦ ਕੇ ਵਿਭਾਗ ਨੂੰ ਪਾ ਦੇਣੀ, ਪ੍ਰਾਈਵੇਟ ਬੰਦੇ ਨੇ, ਚਾਹੇ ਉਹ ਨਗਦ ਲਵੇ ਚਾਹੇ ਕਿਸ਼ਤਾਂ ਦੇ ਲਵੇ, ਕਿਵੇਂ ਵੀ। ਤੇ ਵਿਭਾਗ ਉਹਨੂੰ ਐਵਰੇਜ ਦੇ ਹਿਸਾਬ ਨਾਲ ਡੀਜ਼ਲ ਦਿੰਦਾ, ਠੀਕ ਹੈ, ਤੇ ਉਹ ਤੋਂ ਬਾਅਦ ਉਹਨੂੰ ਪਰ ਕਿਲੋਮੀਟਰ ਦੇ ਪੈਸੇ ਦਿੱਤੇ ਜਾਂਦੇ ਨੇ। ਡੀਜ਼ਲ ਵੀ ਦਿੰਦਾ ਹੈ, ਪਰ ਕਿਲੋਮੀਟਰ ਦੇ ਪੈਸੇ ਵੀ ਦੇਣੇ। ਹੋਰ ਕੀ ਦਿੰਦਾ? ਤੇ ਇੱਕ ਕਨੈਕਟਰ ਦੇਣਾ ਜੀ ਉਹਨੇ। ਅੱਛਾ। ਤੇ ਬਾਕੀ ਜੋ ਵੀ ਆ ਡਰਾਈਵਰ ਉਹਦਾ ਆਪ ਦਾ ਖੁਦ ਦਾ। ਉਹ ਕਿਲੋਮੀਟਰ ਗੱਡੀ ਵਿਭਾਗ ਦੇ ਵਿੱਚ 6 ਸਾਲ ਦੇ ਲਈ ਪਾਈ ਜਾਂਦੀ ਹੈ ਜੀ। 6 ਸਾਲ ਦੇ ਵਿੱਚ ਹਿਸਾਬ ਜੇਕਰ ਮਿੱਥੇ ਉਹਦੇ ਕਿਲੋਮੀਟਰ ਹੋਣ, ਵੱਧ ਨਾ ਹੋਣ, ਤਕਰੀਬਨ 350 ਜਾਂ 400 ਕਿਲੋਮੀਟਰ ਡੇਲੀ ਚਲਾਉਣੀ। ਹਾਂਜੀ, ਜਿਹੜਾ ਉਹਦੇ ਨਾਲ ਕੰਟਰੈਕਟ ਹੁੰਦਾ, ਜਿਵੇਂ ਵੀ ਹੈਗਾ 7 ਦਾ 8 ਜੋ ਵੀ ਹੈ, ਤੇ ਉਹਦੇ ਹਿਸਾਬ ਨਾਲ ਉਹਨੂੰ 3000-3200 ਰੁਪਈਆ ਉਹਦਾ ਬਣਦਾ ਪਰ ਡੇ। 3000 ਤੇ ਮੰਥਲੀ 90000 ਹੋ ਗਿਆ। 90000 ਹੋ ਗਿਆ। ਤੇ ਜੇਕਰ ਉੱਥੇ ਵਿਭਾਗ ਦੀ ਬੱਸ ਹੋਊਗੀ, ਉਹ ਵਿਭਾਗ ਦੀ ਬੱਸ ਦੀ ਜੇਕਰ ਮੰਥਲੀ ਆਪਾਂ ਨੇ ਕਿਸ਼ਤ ਵੀ ਭਰਨੀ ਆ, ਤਾਂ ਲਗਭਗ 50 ਤੋਂ 55000 ਕਿਸ਼ਤ ਹੋਊਗੀ, ਜਿਹੜੀ ਆਪਾਂ 2 ਜਾਂ 3 ਸਾਲ ਦੇ ਵਿੱਚ ਵੱਧ। ਮਤਲਬ ਤੁਸੀਂ, ਮੈਂ ਜੋ ਗੱਲ ਸਮਝ ਰਿਹਾ, ਤੁਸੀਂ ਇਹ ਕਹਿ ਰਹੇ ਹੋ ਵੀ ਮੰਨ ਲਓ ਮੈਂ ਬੱਸ ਪਾਉਣੀ ਹੈ, ਬੱਸ ਮੇਰੀ ਹੋਊਗੀ, ਕੰਡਕਟਰ ਸਰਕਾਰ ਦਾ ਵਿਭਾਗ ਦਾ ਹੋਊਗਾ, ਡੀਜ਼ਲ ਸਰਕਾਰ ਦਾ ਵਿਭਾਗ ਦਾ ਹੋਊਗਾ, ਤੇ 8 ਰੁਪਏ ਕਿਲੋਮੀਟਰ ਜਿਹੜੇ ਸਰਕਾਰ ਦੇ ਵਿਭਾਗ ਦੇ ਹੋਣਗੇ, ਤਾਂ 300 ਕਿਲੋਮੀਟਰ ਜਿਹੜੀ ਆ ਬੱਸ 350 400 ਤੱਕ ਚਲਾਉਣੀ ਹੈ, ਤਾਂ ਉਹਦੇ ਨਾਲ 80000 90000 ਰੁਪਇਆ ਬਣਨਾ ਹੈ ਉਹ ਬੰਦੇ ਨੂੰ। ਬਿਲਕੁਲ ਜੀ, ਬਿਲਕੁਲ। ਤੇ ਉਹ ਸਰਕਾਰ ਆਪਣੀ ਨਹੀਂ ਪਾ ਰਹੀ, ਨਿੱਜੀ ਬੰਦਿਆਂ ਦੀ ਪਾ ਰਹੀ। ਬਿਲਕੁਲ ਜੀ, ਬਿਲਕੁਲ। ਇਹ ਹੋ ਚੁੱਕਿਆ ਟੈਂਡਰ ਇਸ ਤਰ੍ਹਾਂ? ਪਹਿਲਾਂ ਵੀ ਪਈਆਂ ਨੇ ਜੀ। ਹੁਣ ਫਿਰ ਸਰਕਾਰ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਨੇ ਵੀ ਬਿਆਨ ਦਿੱਤਾ ਸੀ ਕਿ 219 ਬੱਸਾਂ ਫਿਰ ਤੋਂ ਪਾ ਰਹੇ ਨੇ। ਤੁਹਾਨੂੰ ਐ ਲੱਗਦਾ ਵੀ ਫਲੀਟ ਜਿਹੜਾ ਵੀ ਉਹ ਸਰਕਾਰੀ ਬੱਸਾਂ ਦਾ ਆਪਣਾ ਪਾਉਣਾ ਚਾਹੀਦਾ? ਬਿਲਕੁਲ ਆਪਣਾ ਪਾਉਣਾ ਚਾਹੀਦਾ। ਜਿਵੇਂ ਲਗਭਗ 80-90000 ਰੁਪਇਆ ਉਹਨੇ 1 ਮਹੀਨੇ ਦੇ ਵਿੱਚ ਲੈ ਗਿਆ, ਉਹਦੇ ਨਾਲ ਕਿਸ਼ਤ ਵੀ ਨਿਕਲ ਗਈ ਕਾਰਪੋਰੇਟ ਘਰਾਣੇ ਦੇ। ਤੇ ਜਿਹੜੀਆਂ ਸਾਡੀਆਂ ਹੁਣ ਬੱਸਾਂ ਆਈਆਂ ਨੇ ਵਿਭਾਗ ਦੇ ਵਿੱਚ, ਉਹਨਾਂ ਦੀ ਲਗਭਗ 60000 ਰੁਪਇਆ ਕਿਸ਼ਤ ਆ। ਤੇ ਹਮੇਸ਼ਾ ਜਿਹੜੀ ਆਪਾਂ ਗੱਡੀ ਨਵੀਂ ਲੈਂਦੇ ਆ, ਚਾਹੇ ਆਪਣੀ ਕਾਰ ਲੈਂਦੇ ਆ ਚਾਹੇ ਬੱਸ ਲੈਂਦੇ ਆ, ਉਹ 5-6 ਸਾਲ ਵਾਸਤੇ ਕੋਈ ਵੀ ਮੇਜਰ ਕੰਮ ਨਹੀਂ ਕੱਢਦੀ। ਉਹ ਤਾਂ ਸਹੀ ਚੱਲਣੀ ਆ। ਬਿਲਕੁਲ ਉਹ ਸਹੀ ਚੱਲਣੀ ਆ। ਉਹ ਸਿੱਧੇ ਤੌਰ ਤੇ ਪੈਸਾ ਜਿਹੜਾ ਉਹ ਕਾਰਪੋਰੇਟ 6 ਸਾਲ ਬਾਅਦ ਜਦੋਂ ਬੱਸ ਫ੍ਰੀ ਹੋ ਗਈ, ਚਲੋ, ਜਾਂ ਜਿੰਨੇ ਵੀ ਦੇਰ ਬਾਅਦ ਫ੍ਰੀ ਹੋ ਗਈ, ਉਹ ਫਿਰ ਕਿਹਦੀ ਆ? ਮਾਲਕ ਦੀ। ਉਹ ਮਾਲਕ ਦੀ ਆ। ਤੇ ਜਿਹੜੀ ਸਾਡੇ ਵਿਭਾਗ ਦੀ ਬੱਸ, ਉਹ ਲਗਭਗ 15 ਸਾਲ ਤੱਕ ਸਾਡੇ ਵਿਭਾਗ ਦੇ ਵਿੱਚ ਆਮ ਲੋਕਾਂ ਨੂੰ ਸਰਵਿਸ। ਇਹ ਕਿਉਂ ਨਹੀਂ ਕਰ ਰਹੀ ਫਿਰ ਸਰਕਾਰ? ਜੇ ਤੁਸੀਂ ਆਮ ਬੰਦਾ ਵੀ ਇਹ ਗੱਲ ਸਮਝਦਾ ਹੈ ਵੀ ਜੇ ਵਿਭਾਗ ਦੀ ਆਪਣੀ ਬੱਸ ਹੋਊਗੀ ਤਾਂ ਆਪਣੀ ਤਾਂ ਹੋ ਜਾਣੀ ਬਾਅਦ ਚੋਂ, ਜਦੋਂ ਫ੍ਰੀ ਹੋ ਗਈ ਹੈ। ਇਹ ਸਰਕਾਰ, ਜਿਹੜਾ ਸਾਡਾ ਅਦਾਰਾ ਹੈ ਸਰਕਾਰੀ ਆ, ਨੋ ਪ੍ਰੋਫਿਟ ਨੋ ਲਾਸ ਤੇ ਚੱਲਦਾ। ਪਰ ਸਾਡੇ ਜਿਹੜੇ ਅਧਿਕਾਰੀ ਨੇ ਕਿਤੇ ਨਾ ਕਿਤੇ ਇਹ ਆਪਣੀਆਂ ਵਿਭਾਗ ਨੂੰ ਘਾਟੇਵੰਦ ਵਿਖਾ ਕੇ ਤੇ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣਾ ਚਾਹੁੰਦੇ ਆ। ਕਿਉਂਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਵੀ 17-18 ਇਹ ਤਾਂ ਨਿੱਜੀਕਰਨ ਹੋ ਗਿਆ ਫਿਰ ਸਾਡੇ ਵਿਭਾਗ ਦੇ। ਬਿਲਕੁਲ, ਇਹ ਵਿਭਾਗ ਦਾ ਨਿੱਜੀਕਰਨ ਆ। 17-18 ਕੈਟਾਗਰੀਆਂ ਪਹਿਲਾਂ ਫ੍ਰੀ ਸਫ਼ਰ ਕਰਦੀਆਂ, ਔਰ 50% ਜਿਹੜੀਆਂ ਔਰਤਾਂ ਨੇ ਉਹ ਵੀ ਬੱਸਾਂ 'ਚ ਫ੍ਰੀ ਨੇ, ਸਫ਼ਰ ਸਹੂਲਤ ਲੈਂਦੀਆਂ। ਸੋ ਜਿਸ ਕਰਕੇ ਆਪਣੇ ਵਿਭਾਗ ਨੂੰ ਵੱਡੇ ਤੌਰ ਤੇ ਜਿਹੜਾ ਇਹ ਨੁਕਸਾਨ ਹੋ ਰਿਹਾ, ਜੇ ਕਿਲੋਮੀਟਰ ਬੱਸਾਂ ਰਾਹੀਂ ਵੀ ਪੈਸਾ ਉਧਰ ਚਲੇ ਜਾਊਗਾ, ਤੇ ਆਟੋਮੈਟਿਕ ਜਿਹੜੀਆਂ ਆਉਣ ਵਾਲੇ ਸਮੇਂ 'ਚ ਤਨਖਾਹਾਂ ਦੀ ਵੀ ਦਿੱਕਤ ਆਊਗੀ। ਹੁਣ ਜਿਹੜੀ ਪਿਛਲੇ ਕੁਝ ਸਮੇਂ ਤੋਂ ਤੁਹਾਡਾ ਐਕਸ਼ਨ ਕੀ ਆ ਅਗਲਾ? ਹੁਣ ਤੁਸੀਂ ਬੰਦ ਕਰਨ ਜਾ ਰਹੇ ਹੋ, ਚੱਕਾ ਜਾਮ ਵੀ ਕਰਨ ਦੀ ਤੁਸੀਂ ਐਲਾਨ ਕੀਤਾ ਸੀਗਾ। ਬਿਲਕੁਲ, ਅਸੀਂ ਪਿਛਲੇ ਸਮੇਂ ਤੋਂ ਸਰਕਾਰ ਨਾਲ ਰਾਬਤਾ ਬਣਾ ਰਹੇ ਹਾਂ, ਜਿਹਦੇ 'ਚ ਸਾਡੇ ਪ੍ਰਮੁੱਖ ਸਕੱਤਰ ਜੀ ਨਾਲ ਮੀਟਿੰਗਾਂ ਹੋ ਗਈਆਂ, 2-3 ਟਰਾਂਸਪੋਰਟ ਮੰਤਰੀ ਜੀ ਨਾਲ ਹੋ ਗਈਆਂ ਪਿਛਲੇ ਸਮੇਂ ਦੇ ਵਿੱਚ। ਪਿਛਲੇ ਸਮੇਂ ਵੀ ਅਸੀਂ ਹੜਤਾਲ ਰੱਖੀ ਸੀਗੀ ਜੂਨ ਦੀ। ਉਹਦੇ 'ਚ ਮੰਤਰੀ ਸਾਹਿਬ ਨੇ ਸਾਡੀ ਹੜਤਾਲ ਇਹ ਕਹਿ ਕੇ ਪੋਸਟਪੋਨ ਕਰਵਾਤੀ ਸੀ ਕਿ ਤੁਹਾਡੀ 1 ਹਫ਼ਤੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਕੇ। ਅਜੇ ਮੀਟਿੰਗ ਹੋਈ ਨਹੀਂ 5 ਮਹੀਨਿਆਂ 'ਚ? ਮੀਟਿੰਗ ਹੋਈ ਨਹੀਂ, ਸੀਐਮ ਸਾਹਿਬ ਨਾਲ ਮੀਟਿੰਗ ਨਹੀਂ ਹੋਈ। ਫਿਰ ਮੀਟਿੰਗ ਕਰਵਾ ਕੇ ਤੁਹਾਡੇ ਸਾਰੇ ਮਸਲਿਆਂ ਦਾ ਹੱਲ ਕਰ ਦਾਂਗੇ। ਪਰ ਉਸ ਤੋਂ ਬਾਅਦ 2 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੀਟਿੰਗ ਨਹੀਂ ਕਰਵਾਈ, ਜਿਸ ਕਰਕੇ ਮਜਬੂਰ
ਮਜਬੂਰਨ ਅਸੀਂ ਹੜਤਾਲ ਰੱਖੀ ਆ, ਕਿਉਂਕਿ ਸਾਡੇ ਵਿਭਾਗ ਦੇ ਉੱਤੇ ਸਿੱਧੇ ਤੌਰ ਤੇ ਕੁਹਾੜਾ ਲੈ ਕੇ ਆ ਰਹੇ ਆ। ਕਿੰਨੀ ਤਰੀਕ ਨੂੰ ਤੁਸੀਂ ਹੜਤਾਲ ਕਰ ਰਹੇ ਹੋ? 14 15 16 ਦੀ 3 ਦਿਨ ਦੀ 3 ਦਿਨ ਦੀ। ਔਰ 15 ਅਗਸਤ ਨੂੰ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਝੰਡਾ ਲਹਿਰਾਉਣਗੇ ਉੱਥੇ ਅਸੀਂ ਉਹਨਾਂ ਦਾ ਮਿਲ ਕੇ ਉਹਨਾਂ ਨੂੰ ਅਸੀਂ ਜਿਹੜੇ ਸਵਾਲ ਕਰਾਂਗੇ ਆਪਣੇ ਵੀ ਜਿਹੜੇ ਤੁਸੀਂ ਚੋਣਾਂ ਸਮੇਂ ਵਾਅਦੇ ਕੀਤੇ ਸੀਗੇ ਤੇ ਉਹ ਸਾਡੇ ਨਾਲ ਵਾਅਦੇ ਪੂਰੇ ਕਰੋ। ਤੁਹਾਨੂੰ ਲੱਗਦਾ ਵੀ ਇੱਕ ਤਾਂ ਤੁਹਾਨੂੰ ਪੱਕੇ ਕਰਨਾ ਚਾਹੀਦਾ ਜਿਹੜੇ ਇੰਨੇ ਸਾਲ ਹੋ ਗਏ, ਪਰ ਸਰਕਾਰ ਕਹਿੰਦੀ ਹੈ ਕਿ ਤੁਸੀਂ ਤਾਂ ਆਊਟਸੋਰਸਿੰਗ ਤੋਂ ਤੁਹਾਡੀ ਜਿਹੜੀ ਪ੍ਰਕਿਰਿਆ ਹੈ ਉਹ ਸਹੀ ਢੰਗ ਨਾਲ ਹੋਈ ਨਹੀਂ ਹੋਈ, ਜਿਵੇਂ ਇੱਕ ਪੱਕੇ ਰੈਗੂਲਰ ਕਰਮਚਾਰੀ ਦੀ ਪ੍ਰਕਿਰਿਆ ਹੁੰਦੀ ਹੈ। ਸਰਕਾਰ ਨੂੰ ਦੱਸਣਾ ਚਾਹਾਂਗੇ ਕਿਉਂਕਿ ਸਾਡੇ ਜਿੰਨੇ ਵੀ ਮੁਲਾਜ਼ਮ ਨੇ ਉਹ ਬਕਾਇਦਾ ਪ੍ਰਕਿਰਿਆ ਨਾਲ ਭਰਤੀ ਹੋ ਕੇ ਆਏ ਆ। ਇਹ ਸਾਡੀ ਅਖਬਾਰ ਦੀ ਐਡ ਆ 2007 ਦੀ, ਸਾਡੇ ਪੰਜਾਬ ਰੋਡਵੇਜ਼ ਦੇ ਵਿੱਚ ਇਹਨਾਂ ਨੇ ਭਰਤੀ ਕੀਤੀ। ਇੱਕ ਐਡ ਕੱਢੀ, 2 ਕੱਢੀ, 3 ਐਡਾਂ ਕੱਢ ਜਿਹੜੀ ਐਲੀਜੀਬਿਲਟੀ ਹੁੰਦੀ ਆ, ਕੋਈ ਪੜ੍ਹਾਈ ਦੀ ਐਲੀਜੀਬਿਲਟੀ, ਉਹ ਸਾਰੀਆਂ ਚੀਜ਼ਾਂ ਤੁਸੀਂ ਪੂਰੀਆਂ ਕਰਦੇ ਹੋ? ਬਿਲਕੁਲ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਵਿਭਾਗ ਦੀ ਕਮੇਟੀ ਬਣਾਈ, ਕਮੇਟੀ ਦੇ ਰਾਹੀਂ ਜਿਹੜੇ ਸਾਡੇ ਅਧਿਕਾਰੀ ਸੀਗੇ ਉਹਨਾਂ ਨੇ ਪ੍ਰੋਪਰ ਜਿਹੜੇ ਡਰਾਈਵਰ ਕਨੈਕਟਰ ਰੱਖੇ, ਉਹਨਾਂ ਨੇ ਪ੍ਰੋਪਰ ਚੈਨਲ ਰੱਖਿਆ। ਉਸ ਤੋਂ ਬਾਅਦ ਸਰਕਾਰ 6-7 ਸਾਲਾਂ ਬਾਅਦ ਫਿਰ ਇਹਨਾਂ ਮੁਲਾਜ਼ਮਾਂ ਨੂੰ ਮੁਲਾਜ਼ਮ ਨਹੀਂ ਮੰਨਿਆ ਤੇ ਦੁਬਾਰਾ ਇੱਕ ਟੈਸਟ ਕੱਢਿਆ 2014 ਦੇ ਵਿੱਚ। ਜਿਹੜੇ ਟੈਸਟ ਦੇ ਰਾਹੀਂ ਲਗਭਗ ਸਾਡੇ 1500 ਮੁਲਾਜ਼ਮ ਆਏ ਆ, ਉਹ ਦੁਬਾਰਾ ਫਿਰ ਪ੍ਰਕਿਰਿਆ ਰਾਹੀਂ ਆਇਆ। ਅੱਜ 7-8 ਸਾਲ ਹੋ ਗਏ ਆ, ਉਹਨਾਂ ਦੇ ਵੀ ਉਹੀ ਸ਼ੋਸ਼ਣ ਹੋ ਰਿਹਾ, ਉਹਨਾਂ ਦਾ ਵੀ ਕੋਈ ਉਹਨਾਂ ਤੇ ਸਰਵਿਸ ਰੂਲ ਲਾਗੂ ਨਹੀਂ, ਕੋਈ ਰੈਗੂਲੇਸ਼ਨ ਨਹੀਂ, ਕੋਈ ਪ੍ਰਪੋਜ਼ਲ ਨਹੀਂ ਹੈਗੀ। ਤੁਹਾਨੂੰ ਲੱਗਦਾ ਵੀ ਐਕਸਪਲੋਇਟੇਸ਼ਨ ਹੈ, ਸ਼ੋਸ਼ਣ ਹੈ, ਘੱਟ ਤਨਖਾਹਾਂ ਤੇ ਕੰਮ ਲਿਆ ਜਾਂਦਾ? ਬਿਲਕੁਲ ਘੱਟ ਤਨਖਾਹਾਂ ਤੇ। ਲਗਭਗ ਇਹੋ ਜਿਹੇ ਮੁਲਾਜ਼ਮ ਨੇ ਸਾਡੇ ਜਿਹੜੇ ਆਊਟਸੋਰਸ ਤੇ ਵੀ ਜਾਂ ਕੰਟਰੈਕਟ ਤੇ ਡਿਊਟੀਆਂ ਕਰਕੇ 15-15 ਸਾਲ ਦੀ ਜਿਹੜੀ ਸਰਵਿਸ ਕਰਕੇ ਤੇ ਉਹ ਅੱਜ ਰਿਟਾਇਰਮੈਂਟ ਹੋ ਚੁੱਕੇ ਨੇ ਵਿਭਾਗ ਦੇ ਵਿੱਚੋਂ। ਨਾ ਕੋਈ ਪੈਨਸ਼ਨ ਹੈ, ਨਾ ਕੋਈ ਪੈਨਸ਼ਨ, ਨਾ ਕੁਝ। ਤੇ ਅਨੇਕਾਂ ਜਿਹੜੇ ਮੁਲਾਜ਼ਮ ਨੇ ਸਾਡੇ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ। ਅੱਜ ਹੀ ਸਾਡੇ ਇੱਕ ਫਰੀਦਕੋਟ ਡਿਪੂ ਤੋਂ ਮੁੰਡਾ ਡਿਊਟੀ ਤੇ ਆ ਰਿਹਾ ਸੀਗਾ ਤੇ ਉਹਦਾ ਐਕਸੀਡੈਂਟ ਹਾਦਸੇ ਜਿਹੜੀ ਮੌਤ ਹੋ ਗਈ ਆ। ਤੇ ਜਿਹੜੇ ਕੋਈ ਵਿਭਾਗ ਫਿਰ ਉਹ ਤੇ ਮਿਲਦਾ ਕੁਝ, ਜਿਵੇਂ ਬੈਨੀਫਿਟ ਹੁੰਦੇ ਨੇ ਕਈ ਵਾਰੀ ਕਿਸੇ ਪਰਿਵਾਰਕ ਮੈਂਬਰ ਨੂੰ ਨੌਕਰੀ ਜਾਂ ਕੁਝ ਹੋਰ, ਜਿਹੜਾ ਜਿਵੇਂ ਦਿੱਤੀ ਜਾਂਦੀ ਐਕਸਗ੍ਰੇਸ਼ੀਆ ਗ੍ਰਾਂਟ ਜਾਂ ਹੋਰ ਮੁਆਵਜ਼ਾ ਦਿੱਤਾ ਜਾਂਦਾ, ਮਾਲੀ ਮਦਦ? ਵਿਭਾਗ ਵੱਲੋਂ ਕੁਝ ਮੁਲਾਜ਼ਮਾਂ ਦੇ ਜਿਵੇਂ ਕੰਟਰੈਕਟ ਵਾਲੇ ਜਿਹੜੇ ਪਨਬਸ ਦੇ ਮੁਲਾਜ਼ਮ, ਉਹਨਾਂ ਤੇ ਲੱਖ ਰੁਪਏ ਦੀ ਉਹਨਾਂ ਨੇ ਪ੍ਰਪੋਜ਼ਲ ਰੱਖੀ ਆ ਵੀ ਲੱਖ ਰੁਪਏ ਦੇਵਾਂਗੇ, ਪਰ ਉਹ ਵੀ ਕਈ ਮੁਲਾਜ਼ਮਾਂ ਨੂੰ ਅਜੇ ਤੱਕ ਨਹੀਂ ਮਿਲਿਆ। 3-3 4-4 ਸਾਲ ਹੋ ਗਿਆ। ਜਿਹੜਾ ਆਊਟਸੋਰਸ ਦਾ ਮੁਲਾਜ਼ਮ ਹੈ ਉਹਨੂੰ ਕੋਈ ਵੀ ਬੈਨੀਫਿਟ ਨਹੀਂ। ਅਸੀਂ ਆਪਣੇ ਤੌਰ ਤੇ ਜਿਹੜੇ ਮੁਲਾਜ਼ਮ ਆ ਉਹਦੀ ਵਿੱਤੀ ਮਦਦ ਕਰਦੇ ਹਾਂ, 1-2 ਲੱਖ ਜਿੰਨਾ ਤੁਸੀਂ ਇਕੱਠਾ ਕਰ ਰਹੇ ਹੋ ਜਥੇਬੰਦੀ ਵੱਲੋਂ। ਪਰ ਸਰਕਾਰ ਵੱਲੋਂ ਕੋਈ ਵੀ ਵੱਡੀ ਉਹਨੂੰ ਵਿੱਤੀ ਸਹਾਇਤਾ ਨਹੀਂ ਹੈਗੀ ਤੇ ਨਾ ਹੀ ਕੋਈ ਸਰਕਾਰੀ ਨੌਕਰੀ ਆ। ਵੀ ਤੁਹਾਨੂੰ ਲੱਗਦਾ ਵੀ ਜਿਹੜਾ ਟਰਾਂਸਪੋਰਟ ਵਿਭਾਗ ਹੈ ਇਹ ਵਾਧੇ 'ਚ ਜਾ ਸਕਦਾ? ਕਿਉਂਕਿ ਹੁਣ ਤੱਕ ਅਸੀਂ ਦੇਖਦੇ ਹਾਂ ਕਿ ਪਹਿਲਾਂ ਵੀ ਸਰਕਾਰਾਂ ਰਹੀਆਂ, ਕਦੇ ਕੋਈ ਮੰਤਰੀ ਬਣ ਗਿਆ, ਕਦੇ ਜਿਹੜੀ ਅਰੁਣਾ ਚੌਧਰੀ, ਰਜੀਆ ਸੁਲਤਾਨਾ, ਫਿਰ ਆਪਣੇ ਰਾਜਾ ਵੜਿੰਗ, ਹੁਣ ਲਾਲਜੀਤ ਭੁੱਲਰ। ਕੋਈ ਫਰਕ ਲੱਗਦਾ ਕਿ ਚੇਂਜ ਆਇਆ ਕੁਛ? ਬਿਲਕੁਲ। ਜਿਹੜਾ ਸਾਡਾ ਵਿਭਾਗ ਆ ਟਰਾਂਸਪੋਰਟ ਦਾ, ਇਹ ਮੁਨਾਫੇ 'ਚ ਆ ਸਕਦਾ ਕਿਉਂਕਿ ਪਹਿਲਾਂ ਪੈਸੇ ਲੈ ਕੇ ਤੇ ਬਾਅਦ 'ਚ ਲੋਕਾਂ ਨੂੰ ਸਫ਼ਰ ਕਰਾਉਣਾ। ਬਿਲਕੁਲ ਆ ਸਕਦਾ, ਪਰ ਕਿਤੇ ਨਾ ਕਿਤੇ ਸਾਡੇ ਅਧਿਕਾਰੀ ਇਹ ਨਹੀਂ ਚਾਹੁੰਦੇ ਕਿਉਂਕਿ ਮੁਲਾਜ਼ਮਾਂ ਨਾਲ ਜਿਹੜੇ ਨੌਜਵਾਨ ਉਹਨਾਂ ਨਾਲ ਸ਼ੋਸ਼ਣ, ਉਹਨਾਂ ਦੀ ਨੌਕਰੀ ਰੈਗੂਲਰ ਨਹੀਂ ਕਰਨੀ। ਹਮੇਸ਼ਾ ਜਦੋਂ ਮੁਲਾਜ਼ਮ ਦੀ ਨੌਕਰੀ ਰੈਗੂਲਰ ਹੋਊਗੀ ਤੇ ਉਹ ਆਪਣੇ ਵਿਭਾਗ ਵਾਸਤੇ ਦਿਨ ਰਾਤ ਇੱਕ ਕਰਕੇ ਲੜੂਗਾ। ਅੱਜ ਸਾਡੇ ਜਿਵੇਂ ਤੁਹਾਨੂੰ ਦੱਸਿਆ ਕਿ ਮੁਲਾਜ਼ਮਾਂ ਨੂੰ ਆਊਟਸੋਰਸ ਕੰਟਰੈਕਟ ਤੇ ਭਰਤੀ ਕੀਤਾ, ਉਹ ਵਿਭਾਗ ਵਾਸਤੇ ਪ੍ਰਾਈਵੇਟ ਬੱਸਾਂ ਨਾਲ ਵੀ ਲੜਦੇ ਝਗੜਦੇ ਆ ਵੀ ਸਾਨੂੰ ਮੁਨਾਫਾ ਮਿਲੇ, ਪਰ ਐਂਡ ਜਦੋਂ ਉਹਨਾਂ ਦੀ ਕੰਡੀਸ਼ਨਾਂ ਰਾਹੀਂ ਰਿਪੋਰਟ ਹੋ ਜਾਂਦੀ ਆ ਤੇ ਜਦੋਂ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਤੇ ਫਿਰ ਉਹ ਪ੍ਰਾਈਵੇਟਾਂ ਕੋਲ ਨਾ ਜਾਣ ਜੋਗੇ ਰਹਿੰਦੇ ਆ। ਸੋ ਇਸ ਕਰਕੇ ਵੱਡੀ ਮਾਰ ਜਿਹੜੀ ਪੈਂਦੀ ਆ। ਜੇਕਰ ਮੁਲਾਜ਼ਮ ਪੱਕਾ ਹੋਊਗਾ ਤੇ ਆਟੋਮੈਟਿਕ ਉਹ ਆਪਣੇ ਵਿਭਾਗ ਦੀ ਹੋਂਦ ਵਾਸਤੇ ਲਗਾਤਾਰ ਲੜੂਗਾ। ਅੱਜ ਵੀ ਅਸੀਂ ਕੱਚੇ ਹੋਣ ਦੇ ਬਾਵਜੂਦ ਵੀ ਆਪਣੇ ਹੱਕਾਂ ਦੀ ਲੜਾਈ ਵਾਸਤੇ, ਰੈਗੂਲਰ ਹੋਣ ਦੀ ਲੜਾਈ ਦੇ ਨਾਲ ਨਾਲ ਅਸੀਂ ਆਪਣੇ ਵਿਭਾਗ ਦੀ ਬਚਾਉਣ ਦੀ ਲੜਾਈ ਵੀ ਲੜਦੇ ਆ ਰਹੇ ਹਾਂ। ਸੋ ਸਰਕਾਰ ਨੂੰ ਬੇਨਤੀ ਹੈ ਕਿ ਇਹ ਮੁਲਾਜ਼ਮ ਜਿਹੜੇ ਨਾਲ ਆਪਣੇ ਗੁਆਂਢੀ ਸੂਬਾ ਹਰਿਆਣਾ, ਉੱਥੇ ਸਾਰੀਆਂ ਬੱਸਾਂ ਸਰਕਾਰੀ ਨੇ ਤੇ ਉਹ ਮੈਨੂੰ ਲੱਗਦਾ ਫਾਇਦੇ 'ਚ ਵੀ ਹੈਗਾ। ਬਿਲਕੁਲ ਸਰਕਾਰੀ ਵਿਭਾਗ ਆ ਜਿਹੜਾ ਉਹ ਤਕਰੀਬਨ ਪ੍ਰਾਈਵੇਟ ਬੱਸ ਕੋਈ ਪਈ ਨਹੀਂ ਅੱਜ ਤੱਕ ਉਹਨਾਂ ਦੇ। ਬਿਲਕੁਲ ਪਿਛਲੇ ਸਮੇਂ ਨਹੀਂ ਪਈ, ਪਰ ਪਿਛਲੇ ਸਮੇਂ ਤੋਂ ਸਰਕਾਰ ਉਹਦਾ ਵੀ ਨਿੱਜੀਕਰਨ ਕਰਨ ਵਾਲੇ ਪਾਸੇ ਨੂੰ ਤੁਰੀ ਆ ਵੀ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਬੱਸਾਂ ਪਾਉਣ ਤੁਰੀ ਸੀ ਕਿਲੋਮੀਟਰ, ਉਹਨਾਂ ਨੇ ਲੰਬੀ ਹੜਤਾਲ ਕਰਕੇ ਉਹਦਾ ਵਿਰੋਧ ਕੀਤਾ ਸੀ। ਜਿਹੜੀਆਂ ਬੱਸਾਂ ਰੋਕੀਆਂ ਸੀਗੀਆਂ ਕਿ ਵਿਭਾਗ ਦੀਆਂ ਬੱਸਾਂ ਪੈਣਗੀਆਂ। ਸੋ ਉਮੀਦ ਆ ਕਿ ਹੁਣ ਉਧਰ ਵੀ ਬੱਸਾਂ ਜਿਹੜੀਆਂ ਉਹ ਵਿਭਾਗ ਦੀਆਂ ਪੈਣਗੀਆਂ। ਜੀ ਚਲੋ ਜਾਂਦਿਆਂ ਤੇ ਕੀ ਕਹਿਣਾ ਚਾਹੁੰਦੇ ਹੋ ਜਗਤਾਰ ਸਿੰਘ ਜੀ ਸਰਕਾਰ ਨੂੰ ਤੁਸੀਂ? ਬਿਲਕੁਲ ਜੀ, ਅਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਅਸੀਂ ਬਹੁਤ ਆਸਾਂ ਦੇ ਨਾਲ ਸਰਕਾਰ ਨੂੰ ਲੈ ਕੇ ਆਏ ਆ, ਬਹੁਤ ਮਦਦ ਕਰੀ ਆ ਤੇ ਸਾਡੀ ਬੇਨਤੀ ਹੈ ਵੀ ਅਸੀਂ 18-19 ਸਾਲਾਂ ਤੋਂ ਵਿਭਾਗਾਂ ਦੇ ਵਿੱਚ ਕੱਚੇ ਕਰਮਚਾਰੀਆਂ ਦੇ ਤੌਰ ਤੇ ਕੰਮ ਕਰਦੇ ਆ ਰਹੇ ਹਾਂ। ਸਾਡੇ ਜਵਾਕ ਵੀ ਬਹੁਤ ਤਕਰੀਬਨ ਵੱਡੇ ਹੋ ਗਏ ਨੇ। ਬੇਨਤੀ ਹੈ ਵੀ ਸਾਡੀਆਂ ਨੌਕਰੀਆਂ ਰੈਗੂਲਰ ਕੀਤੀਆਂ ਜਾਣ। ਜਿਹੜੀ ਤਨਖਾਹ ਤੁਹਾਨੂੰ ਹੁਣ ਮਿਲਦੀ ਹੈ ਉਹ 'ਚ ਗੁਜ਼ਾਰਾ ਔਖਾ ਹੈ। ਹਾਂਜੀ। ਵਿਭਾਗ ਦੇ ਵਿੱਚ ਜਿਹੜੀਆਂ ਕਿਲੋਮੀਟਰ ਗੱਡੀਆਂ ਪੈ ਰਹੀਆਂ ਨੇ ਉਹਦੇ ਨਾਲ ਵਿਭਾਗ ਨੂੰ ਨੁਕਸਾਨ ਹੋਣਾ ਤੇ ਵਿਭਾਗ ਨੂੰ ਬਚਾਉਣ ਲਈ ਉਹ ਕਿਲੋਮੀਟਰ ਗੱਡੀਆਂ ਦਾ ਟੈਂਡਰ ਰੱਦ ਕੀਤਾ ਜਾਵੇ। ਵਿਭਾਗ ਦੇ ਵਿੱਚ ਆਪਣੀਆਂ ਬੱਸਾਂ ਪਾਈਆਂ ਜਾਣ। ਕਰਮਚਾਰੀਆਂ ਨੂੰ ਜਿਹੜੇ ਕੱਚੇ ਨੇ ਸਾਰਿਆਂ ਨੂੰ ਰੈਗੂਲਰ ਕੀਤਾ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਅਸੀਂ 14, 15, 16 ਅਗਸਤ 3 ਦਿਨ ਦੀ ਹੜਤਾਲ ਰੱਖ ਚੁੱਕੇ ਹਾਂ।
ਜਿਹਦੇ 'ਚ ਅਸੀਂ ਮੈਨੇਜਮੈਂਟ ਕੋਲ ਸਰਕਾਰ ਨੂੰ ਪਹਿਲਾਂ ਨੋਟਿਸ ਭੇਜ ਚੁੱਕੇ ਹਾਂ ਵੀ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਜਿਹੜੀਆਂ 9-10 ਮੰਗਾਂ ਨੇ ਸਾਡੀਆਂ, ਪਰ ਅਜੇ ਤੱਕ ਸਾਡਾ 2 ਵਾਰਾਂ ਟਰਾਂਸਪੋਰਟ ਸੈਕਟਰੀ ਸਾਹਿਬ ਨਾਲ ਜਿਹੜਾ ਰਾਬਤਾ ਕਾਇਮ ਹੋਇਆ, ਉਹਨਾਂ ਨੇ ਮੀਟਿੰਗ ਕੀਤੀ ਆ। ਕੁਝ ਮੰਗਾਂ ਦਾ ਉਹਨਾਂ ਨੇ ਭਰੋਸਾ ਦਿੱਤਾ, ਪਰ ਜਿਹੜੀਆਂ ਸਾਡੀਆਂ ਮੰਗਾਂ ਨੇ, ਜਿਵੇਂ ਰੈਗੂਲਰ ਦੀ ਮੰਗ ਨੂੰ ਲੈ ਕੇ ਕੰਡੀਸ਼ਨਾਂ ਲਾ ਕੇ ਜਿਹੜੇ ਮੁਲਾਜ਼ਮਾਂ ਨੂੰ ਕੱਢਿਆ ਜਾਂਦਾ, ਉਹ ਜੇ ਕਿਲੋਮੀਟਰ ਬੱਸਾਂ ਦੀ ਸਕੀਮ, ਇਹੋ ਜਿਹੀਆਂ ਮੰਗਾਂ ਨੂੰ ਲੈ ਕੇ ਸਾਡੀ ਜਿਹੜੀ ਮੰਗ ਆ ਉਹ ਮੁੱਖ ਮੰਤਰੀ ਸਾਹਿਬ ਦੇ ਲੈਵਲ ਦੀ ਆ। ਸੋ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਮੀਟਿੰਗ ਕਰਨ ਤੇ ਸਾਡੇ ਮਸਲੇ ਹੱਲ ਕਰਨ, ਨਹੀਂ ਤੇ ਮਜਬੂਰਨ ਅਸੀਂ 14, 15, 16 ਅਗਸਤ ਦੀ ਜਿਹੜੀ ਹੜਤਾਲ ਤੇ ਜਾ ਰਹੇ ਹਾਂ। ਚਲੋ ਬਹੁਤ ਧੰਨਵਾਦ ਤੁਹਾਡਾ ਸ਼ਮਸ਼ੇਰ ਸਿੰਘ ਜੀ, ਅਵਤਾਰ ਸਿੰਘ ਜੀ, ਗੱਲਬਾਤ ਕਰਨ ਦੇ ਲਈ। ਪਨਬਸ ਅਤੇ PRTC ਜਥੇਬੰਦੀ ਦੇ ਜਿਹੜੇ ਆਗੂ ਨੇ ਉਹਨਾਂ ਨੇ ਗੱਲ ਰੱਖੀ, ਆਪਣੀਆਂ ਮੰਗਾਂ ਦੱਸੀਆਂ ਨੇ, ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿ ਇਹੀ ਸਰਕਾਰ ਸੀਗੀ, ਇਹੀ ਪਾਰਟੀ ਸੀਗੀ ਜਿਹੜੀ ਚੋਣਾਂ ਤੋਂ ਪਹਿਲਾਂ ਕਹਿੰਦੀ ਸੀਗੀ ਕਿ ਕੱਚੇ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਾਂਗੇ, ਰੈਗੂਲਰ ਕਰ ਦਾਂਗੇ, ਉਹਨਾਂ ਦੀਆਂ ਮੰਗਾਂ ਪੂਰੀਆਂ ਕਰਾਂਗੇ, ਆਪਣੀਆਂ ਸਰਕਾਰੀ ਬੱਸਾਂ ਪਾਵਾਂਗੇ। ਪਰ ਹੁਣ ਇਸ ਤੋਂ ਉਲਟ ਬੱਸਾਂ ਜਿਹੜੀਆਂ ਨੇ ਉਹ ਕਿਲੋਮੀਟਰ ਸਕੀਮ ਦੇ ਤਹਿਤ ਨਿੱਜੀ ਬੰਦਿਆਂ ਦੀਆਂ, ਨਿੱਜੀ ਘਰਾਣਿਆਂ ਦੀਆਂ ਪਾਈਆਂ ਜਾ ਰਹੀਆਂ ਨੇ। ਦੂਜੇ ਪਾਸੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ 14, 15, 16 ਅਗਸਤ ਨੂੰ ਬੱਸਾਂ ਬੰਦ ਰੱਖ ਕੇ ਪ੍ਰੋਟੈਸਟ ਕਰਾਂਗੇ, ਹੜਤਾਲ ਕਰਾਂਗੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਤਾਂ ਦੇਖਣਾ ਹੋਏਗਾ ਸਰਕਾਰ ਕੀ ਕੁਝ ਐਕਸ਼ਨ ਕਰਦੀ ਹੈ, ਕੀ ਕੁਝ ਇਹਨਾਂ ਦੀਆਂ ਮੰਗਾਂ ਮੰਨਦੀ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ, ਸਾਨੂੰ ਦਿਓ ਇਜਾਜ਼ਤ। ਧੰਨਵਾਦ।